ਜਿਹੜੀ ਜੋਤ ਹੈ ਉਹ ਅੱਗੇ ਨਿਰੰਤਰਤਾ ਦੇ ਵਿੱਚ ਚੱਲ ਰਹੀ ਹੈ ਔਰ ਉਹ ਨਿਰੰਤਰਤਾ ਦੇ ਵਿੱਚ ਚੱਲਦੀ ਰਹੀ 10 ਜਾਮਿਆਂ ਦੇ ਵਿੱਚ ਔਰ ਫਾਈਨਲੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਸੰਮਿਲਿਤ ਹੋ ਗਈ ਕਿ ਜਿੰਨੀ ਵਾਰੀ ਅਸੀਂ ਅਰਦਾਸ ਕਰਦੇ ਹਾਂ ਉਨੀ ਵਾਰ ਅਸੀਂ ਆਪਣੇ ਪੰਜਾਂ ਪਿਆਰਿਆਂ ਨੂੰ, ਆਪਣੇ ਚਾਹਾਂ ਸਾਹਿਬਜ਼ਾਦਿਆਂ ਨੂੰ, 40 ਮੁਕਤਿਆਂ ਨੂੰ, 10 ਗੁਰੂ ਪਾਤਸ਼ਾਹਾਂ ਨੂੰ, ਸਿੰਘਾਂ ਸਿੰਘਣੀਆਂ ਨੂੰ ਜਿਨ੍ਹਾਂ ਨੇ ਸੀਸ ਦਿੱਤੇ, ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਦੇ ਚੜੇ, ਆਰਿਆਂ ਨਾਲ ਚਰਾਏ ਗਏ, ਇਹ ਸਾਰੀਆਂ ਗੱਲਾਂ ਆਪਾਂ ਮਕੈਨੀਕਲੀ ਬੋਲੀ ਜਾਂਦੇ ਹਾਂ। ਇਹਨਾਂ ਦੇ ਵਿਚਲੇ ਜਿਹੜੇ ਫਲਸਫੇ ਨੇ ਜੇਕਰ ਅਸੀਂ ਉਹ ਸਾਂਭ ਲੈਂਦੇ ਤਾਂ ਜੋ ਦੁਰਗਤੀ ਸਾਡੀ ਅੱਜ ਹੋ ਰਹੀ ਉਹ ਹੋਣੀ ਨਹੀਂ ਸੀ। ਗੁਰੂ ਨਾਨਕ ਪਾਤਸ਼ਾਹ ਦਾ ਅਗਰ ਜੀਵਨ ਕਾਲ ਦੇ ਵਿੱਚ ਆਪਾਂ ਜਨੇਊ ਵਾਲੀ ਜੋ ਰਸਮ ਹੋਣੀ ਆ, ਗੁਰੂ ਨਾਨਕ ਪਾਤਸ਼ਾਹ ਬਕਾਇਦਾ ਦੱਸ ਦਿੰਦੇ ਨੇ ਕਿ ਜੇ ਮੇਰੀ ਭੈਣ ਦੇ ਨਹੀਂ ਪਾਇਆ ਜਾ ਸਕਦਾ ਜਨੇਊ ਤਾਂ ਮੇਰੇ ਵੀ ਨਹੀਂ ਪਾਇਆ ਜਾ ਸਕਦਾ। ਪਹਿਲੀ ਨਿਸ਼ਕਾਮ ਸੇਵਾ, ਦੂਜੀ ਗੁਰਮੁਖੀ ਲਿਪੀ, ਤੀਸਰੀ ਮੱਲ ਅਖਾੜੇ, ਚੌਥੀ ਗੁਰੂ ਅੰਗਦ ਦੇਵ ਮਹਾਰਾਜ ਆਪਣੇ ਜੀਵਨ ਕਾਲ ਦੇ ਵਿੱਚ ਪਹਿਲਾ ਸਿੱਖ ਵਿਦਿਅਕ ਅਧਾਰਾ ਜਿਹੜਾ ਉਹ ਸ਼ੁਰੂ ਕਰਦੇ ਨੇ। ਅਗਰ ਅਸੀਂ ਕਹਿੰਦੇ ਹਾਂ ਕਿ ਅਸੀਂ ਗੁਰੂ ਨਾਨਕ ਦੇ ਘਰ ਦੇ ਸਿੱਖ ਹੈਗੇ ਹਾਂ ਤਾਂ ਸਾਨੂੰ ਉਹਨਾਂ ਦੇ ਇਹਨਾਂ 4 ਰੂਲਸ ਦੇ ਉੱਪਰ ਚੱਲਣਾ ਪਊਗਾ। ਪੰਜਾਬੀ ਬੋਲਣ ਵਾਲੇ ਕਹਿ ਸਕਦੇ ਆ ਕਿ ਮੈਂ ਪੰਜਾਬੀ ਬੋਲਦਾ ਨਹੀਂ ਬੋਲਦਾ, ਉਹਨਾਂ ਦੀ ਮਰਜ਼ੀ ਆ, ਪਰ ਜਿਹੜੇ ਗੁਰਮੁਖ ਨੇ ਉਹ ਗੁਰਮੁਖੀ ਤੋਂ ਪਿੱਠ ਨਹੀਂ ਦੇ ਸਕਦੇ। ਨਾ ਤਾਂ ਤੁਸੀਂ ਸਿੱਖਾਂ ਦੇ ਘਰ ਪੈਦਾ ਹੋ ਕੇ ਸਿੱਖ ਹੋ ਸਕਦੇ ਹੋ, ਨਾ ਆਪਣੀ ਮਰਜ਼ੀ ਦੇ ਨਾਲ ਕਹਿ ਕੇ ਕਿ ਆਹ ਮੇਰੀ ਇੰਟਰਪ੍ਰੀਟੇਸ਼ਨ ਆ ਸਿੱਖੀ ਦੀ, ਤਾਂ ਇਸ ਤਰੀਕੇ ਨਾਲ ਸਿੱਖ ਹੋ ਸਕਦੇ ਆ। ਸਿੱਖ ਉਹੀ ਆ ਜੋ ਗੁਰੂ ਦੇ ਦਿੱਤੇ ਹੋਏ ਨਿਯਮਾਂ ਦੇ ਉੱਤੇ ਚੱਲਦਾ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਰਦਾਰੇ ਖਾਲਸਾ ਦੇ ਅੱਜ ਦੇ ਇਸ ਐਪੀਸੋਡ ਦੇ ਵਿੱਚ ਮੈਂ ਕਿਰਨਪ੍ਰੀਤ ਕੌਰ ਆਪ ਸਭ ਦਾ ਬਹੁਤ-ਬਹੁਤ ਸਵਾਗਤ ਕਰਦੀ ਹਾਂ ਜੀ। ਅਸੀਂ ਜਿਹੜੀ ਗੱਲ ਪਿਛਲੇ ਐਪੀਸੋਡ ਦੇ ਵਿੱਚ ਖ਼ਤਮ ਕੀਤੀ ਸੀ ਉਹ ਸੀਗੀ ਕਿ ਗੁਰੂ ਨਾਨਕ ਪਾਤਸ਼ਾਹ ਤੋਂ ਜਦੋਂ ਆਪਾਂ ਗੁਰੂ ਅੰਗਦ ਦੇਵ ਮਹਾਰਾਜ ਵੱਲ ਜਦੋਂ ਆਪਾਂ ਮੂਵ ਔਨ ਹੋਵਾਂਗੇ, ਜਦੋਂ ਅਸੀਂ ਦੇਖਾਂਗੇ ਕਿ ਗੁਰੂ ਨਾਨਕ ਪਾਤਸ਼ਾਹ ਦੇ ਜਿਹੜੇ ਸਾਨੂੰ ਰੂਲਸ ਦਿੱਤੇ ਨੇ ਉਹ ਗੁਰੂ ਅੰਗਦ ਪਾਤਸ਼ਾਹ ਨੇ ਅੱਗੇ ਸਾਨੂੰ ਕਿੱਦਾਂ ਉਹਨਾਂ ਨੂੰ ਜੀ ਕੇ ਬਕਾਇਦਾ ਦਿਖਾਇਆ ਆ ਔਰ ਉਸ ਤੋਂ ਉਹਨਾਂ ਨੇ ਸਾਨੂੰ ਕਿੱਦਾਂ ਦ੍ਰਿੜ ਕਰਾਇਆ, ਇਹ ਗੱਲ ਆਪਾਂ ਪਿਛਲੀ ਵਾਰੀ ਕਰ ਰਹੇ ਸੀਗੇ। ਪਿਛਲੀ ਵਾਰੀ ਜਿਹੜਾ ਐਪੀਸੋਡ ਸੀਗਾ ਉਹ ਇੰਪੋਰਟੈਂਟ ਵੀ ਸੀ ਔਰ ਆਹ ਵਾਲੇ ਜਿਹੜੇ ਹੁਣ ਆਪਾਂ ਐਪੀਸੋਡ ਕਰਾਂਗੇ 10 ਗੁਰੂ ਸਾਹਿਬਾਨ ਦੇ ਨਾਲ ਰਿਲੇਟਡ, ਉਹਨੂੰ ਸਮਝਣ ਵਾਸਤੇ ਵੀ ਬੜਾ ਇੰਪੋਰਟੈਂਟ ਆ। ਕਿਉਂਕਿ ਪਿਛਲੀ ਵਾਰੀ ਇਹ ਗੱਲ ਮੈਂ ਕੀਤੀ ਸੀਗੀ ਕਿ ਇੱਕ ਤਾਂ ਅਸੀਂ ਜਦੋਂ ਵੀ ਕਿਸੇ ਗੁਰੂ ਮਹਾਰਾਜ ਦੀ ਗੱਲ ਕਰਨੀ ਆ ਤਾਂ ਅਸੀਂ ਇਹ ਸਮਝ ਕੇ ਚੱਲਣਾ ਹੈ ਕਿ ਅਸੀਂ ਨਿਰੰਤਰਤਾ ਦੀ ਗੱਲ ਕਰ ਰਹੇ ਹਾਂ। ਅਸੀਂ ਇਹ ਨਹੀਂ ਸਮਝ ਕੇ ਚੱਲਣਾ ਕਿ ਗੁਰੂ ਨਾਨਕ ਪਾਤਸ਼ਾਹ ਅਤੇ ਗੁਰੂ ਅੰਗਦ ਦੇਵ ਮਹਾਰਾਜ ਤੋਂ ਅਲੱਗ-ਅਲੱਗ ਹੋ ਗਏ। ਅਸੀਂ ਇਹ ਨਹੀਂ ਸਮਝ ਕੇ ਚੱਲਣਾ, ਅਸੀਂ ਇਹ ਸਮਝਣਾ ਹੈ ਕਿ ਗੁਰੂ ਨਾਨਕ ਪਾਤਸ਼ਾਹ ਦੀ ਹੀ ਜਿਹੜੀ ਜੋਤ ਹੈ ਉਹ ਅੱਗੇ ਨਿਰੰਤਰਤਾ ਦੇ ਵਿੱਚ ਚੱਲ ਰਹੀ ਹੈ ਔਰ ਉਹ ਨਿਰੰਤਰਤਾ ਦੇ ਵਿੱਚ ਚੱਲਦੀ ਰਹੀ 10 ਜਾਮਿਆਂ ਦੇ ਵਿੱਚ ਔਰ ਫਾਈਨਲੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਸੰਮਿਲਿਤ ਹੋ ਗਈ। ਇਹ ਗੱਲ ਸਾਨੂੰ ਸਮਝਣੀ ਔਰ ਇਹਨੂੰ ਮੰਨਣਾ ਬਹੁਤ ਜ਼ਰੂਰੀ ਆ ਅਗਰ ਅਸੀਂ ਵਾਕਈ ਹੀ ਇਸ ਜਿਹੜੀ ਸਿੱਖੀ ਦੀ ਵਿਚਾਰਧਾਰਾ ਹੈ ਉਹਨੂੰ ਆਪਣੇ ਅੰਦਰ ਸਮਾਉਣਾ ਚਾਹੁੰਦੇ ਹਾਂ, ਅਗਰ ਉਸ ਦੇ ਨਾਲ ਚੱਲਣਾ ਚਾਹੁੰਦੇ ਹਾਂ। ਤੇ ਸੋ ਪਿਛਲੇ ਜਿਹੜੇ ਐਪੀਸੋਡ ਸੀਗਾ ਉਹਦੇ ਵਿੱਚ ਅਸੀਂ 2 ਗੱਲਾਂ ਮੇਨ ਜਿਹੜੀਆਂ ਮੁੱਖ ਗੱਲਾਂ ਆਪਾਂ ਕੀਤੀਆਂ ਸੀ। ਉਹਦੇ ਵਿੱਚ ਪਹਿਲੀ ਗੱਲ ਤਾਂ ਸੀਗੀ ਕਿ ਜਿਹੜੀ ਸਿੱਖੀ ਦੇ ਵਿੱਚ ਆਪਾਂ ਜੋਤ ਦੀ ਨਿਰੰਤਰਤਾ ਨੂੰ ਹੀ ਮੰਨ ਕੇ ਚੱਲਣਾ ਹੈ। ਆਪਾਂ ਜੋਤ ਦੀ ਨਿਰੰਤਰਤਾ ਤੋਂ ਅਗਰ ਬਾਹਰ ਜਾ ਕੇ ਅਗਰ ਅਸੀਂ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਜਾਂ ਉਹਨਾਂ ਦਾ ਜੀਵਨ ਕਾਲ ਵੱਖਰਾ, ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜੀਵਨ ਕਾਲ ਵੱਖਰਾ, ਅਗਰ ਆਪਾਂ ਇਸ ਤਰੀਕੇ ਨਾਲ ਸੋਚਾਂਗੇ ਫਿਰ ਅਸੀਂ ਆਪਣੀ ਜਿਹੜਾ ਮੁੱਖ ਧਾਰਾ ਹੈ ਉਹਦੇ ਤੋਂ ਕਿਤੇ ਨਾ ਕਿਤੇ ਥਿੜਕ ਜਾਵਾਂਗੇ। ਸੋ ਸਭ ਤੋਂ ਪਹਿਲੀ ਗੱਲ ਗੁਰੂ ਨਾਨਕ ਪਾਤਸ਼ਾਹ ਦਾ ਜੀਵਨ, ਕਿਉਂਕਿ ਗੁਰੂ ਨਾਨਕ ਪਾਤਸ਼ਾਹ ਮੋਢੀ ਨੇ, ਬਾਨੀ ਨੇ, ਉਹਨਾਂ ਤੋਂ ਹੀ ਸਭ ਕੁਝ ਸਾਡਾ ਸ਼ੁਰੂ ਹੋਣਾ ਹੈ। ਤਾਂ ਜਦੋਂ ਵੀ ਅਸੀਂ ਸਿੱਖੀ ਦੇ ਵਿੱਚ ਕਿਸੇ ਵੀ ਫਲਸਫੇ ਦੀ ਗੱਲ ਕਰਾਂਗੇ ਤਾਂ ਉਹ ਸਿੱਧਾ ਜਾ ਕੇ ਗੁਰੂ ਨਾਨਕ ਪਾਤਸ਼ਾਹ ਦੇ ਨਾਲ ਲੱਗੂਗਾ। ਮੈਂ ਇਹ ਗੱਲ ਪਹਿਲਾਂ ਵੀ ਕਹਿ ਚੁੱਕੀ ਹਾਂ ਪੁਰਾਣੇ ਐਪੀਸੋਡਸ ਦੇ ਵਿੱਚ ਵੀ ਕਿ ਗੁਰੂ ਨਾਨਕ ਪਾਤਸ਼ਾਹ ਨੇ ਪੂਰਨੇ ਪਾ ਦਿੱਤੇ। ਹੁਣ ਉਹਨਾਂ ਪੂਰਨਿਆਂ ਨੂੰ ਅੱਗੇ ਇਲੈਬੋਰੇਟ ਕਰਕੇ ਸਾਨੂੰ ਸਾਡੇ ਗੁਰੂ ਪਾਤਸ਼ਾਹ ਜਿਹੜੇ ਨੇ ਉਹਨਾਂ ਨੂੰ ਬਕਾਇਦਾ ਫਿਜ਼ੀਕਲੀ ਜੀ ਕੇ ਸਾਨੂੰ ਉਹਨਾਂ ਪੂਰਨਿਆਂ ਨੂੰ ਦ੍ਰਿੜ ਕਰਵਾਉਂਦੇ ਨੇ ਸਾਨੂੰ। ਔਰ ਸਾਨੂੰ ਜਿਹੜੇ ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਪੂਰਨੇ ਦਿੱਤੇ, ਜੋ ਉਹਨਾਂ ਨੇ ਰੂਲਸ ਐਂਡ ਰੈਗੂਲੇਸ਼ਨਸ ਦੇ ਵਿੱਚ ਜਿਹੜਾ ਸਾਨੂੰ ਇੱਕ ਧਰਮ, ਸਾਨੂੰ ਜੋ ਸਾਡਾ ਧਰਮ ਦਿੱਤਾ, ਜੋ ਸਿੱਖ ਧਰਮ ਦਿੱਤਾ, ਉਹਨੂੰ ਜਿਸ ਤਰੀਕੇ ਨਾਲ ਜਿੰਨਾ ਰੂਲਸ ਐਂਡ ਰੈਗੂਲੇਸ਼ਨਸ ਦੇ ਮਾਪਦੰਡ ਉਹਨਾਂ ਨੇ ਦਿੱਤੇ ਉਹੀ ਮਾਪਦੰਡ ਅੱਗੇ ਚੱਲ ਕੇ ਸਾਨੂੰ ਗੁਰੂ ਮਹਾਰਾਜ ਬਾਕੀ ਜਿਹਨੇ 9 ਪਾਤਸ਼ਾਹੀਆਂ ਨੇ ਉਹ ਸਾਨੂੰ ਜੀ ਕੇ ਦਿਖਾਉਂਦੀਆਂ ਨੇ। ਜੀ ਕੇ ਸਾਨੂੰ ਬਕਾਇਦਾ
ਆਪਣੇ ਉਸ ਹਰ ਇੱਕ ਤਰੀਕੇ ਦੇ ਨਾਲ ਸਾਨੂੰ ਉਹ ਦ੍ਰਿੜ ਕਰਵਾਉਂਦੀਆਂ ਨੇ ਔਰ ਉਹ ਸਾਡੀ ਪਰਸਨੈਲਿਟੀ ਦਾ ਜਿਹੜੇ ਗੁਰਮੁਖ ਦਾ ਇੱਕ ਹਿੱਸਾ ਬਣਾ ਦਿੰਦੀਆਂ ਨੇ। ਉਹ ਗੁਰਮੁਖ ਧਾਰਾ ਦੇ ਵਿੱਚ ਸਾਨੂੰ ਸਮਾਹਿਤ ਕਰ ਦਿੰਦੀਆਂ ਨੇ, ਸਾਡਾ ਹਿੱਸਾ ਬਣ ਜਾਂਦੀਆਂ ਨੇ। ਹੁਣ ਅਗਰ ਅਸੀਂ ਇਹ ਸੋਚਾਂਗੇ ਕਿ ਗੁਰੂ ਨਾਨਕ ਪਾਤਸ਼ਾਹ ਦਾ ਜੀਵਨ ਜਿਹੜਾ ਹੈ ਉਹ ਗੁਰੂ ਅੰਗਦ ਦੇਵ ਮਹਾਰਾਜ ਦਾ ਜੀਵਨ ਜਿਹੜਾ ਉਹ ਅਲੱਗ-ਅਲੱਗ ਹੈ, ਤਾਂ ਫਿਰ ਗੜਬੜ ਹੋ ਜੂਗੀ। ਹੁਣ ਇਹ ਗੱਲ ਮੈਂ ਪਿਛਲੀ ਵਾਰੀ ਵੀ ਕੀਤੀ ਸੀਗੀ ਕਿ ਗੁਰੂ ਅੰਗਦ ਦੇਵ ਮਹਾਰਾਜ ਜਦੋਂ ਤੱਕ ਉਹ ਲਹਿਣਾ ਨੇ, ਸਿਰਫ ਲਹਿਣਾ ਨੇ, ਉਦੋਂ ਤੱਕ ਉਹ ਕੁਛ ਵੀ ਹੋ ਸਕਦੇ ਆ, ਸਾਨੂੰ ਉਹਦੇ ਨਾਲ ਕੋਈ ਮਤਲਬ ਨਹੀਂ। ਜਦੋਂ ਉਹ ਭਾਈ ਲਹਿਣਾ ਬਣਦੇ ਨੇ, ਯਾਨੀ ਕਿ ਜਦੋਂ ਉਹ ਭਾਈ ਲਹਿਣਾ ਹੋ ਕੇ ਗੁਰੂ ਮਹਾਰਾਜ ਦੇ ਗੁਰਸਿੱਖ ਹੋ ਜਾਂਦੇ ਨੇ, ਉਦੋਂ ਉਹ ਗੁਰੂ ਦੇ ਸਿੱਖ ਨੇ ਬਸ। ਜਦੋਂ ਗੁਰੂ ਮਹਾਰਾਜ ਗੁਰੂ ਅੰਗਦ ਪਾਤਸ਼ਾਹ ਬਣ ਕੇ ਦੂਸਰੀ ਜਿਹੜਾ ਦੂਜਾ ਮਹੱਲਾ ਹੈ ਉਹਦੇ ਵਿੱਚ ਉਹ ਆਉਂਦੇ ਨੇ, ਤਾਂ ਉੱਥੇ ਗੁਰੂ ਨਾਨਕ ਪਾਤਸ਼ਾਹ ਦੀ ਜੋਤ ਦੀ ਨਿਰੰਤਰਤਾ ਹੈ। ਜਦੋਂ ਉਹ ਭਾਈ ਲਹਿਣਾ ਤੋਂ ਗੁਰੂ ਅੰਗਦ ਬਣ ਗਏ ਤਾਂ ਬਕਾਇਦਾ ਆਪਾਂ ਇਹਨੂੰ ਸਮਝ ਕੇ ਚੱਲੀਏ ਕਿ ਉਹ ਗੁਰੂ ਨਾਨਕ ਹੀ ਅੱਗੇ ਚੱਲ ਪਏ, ਉਹ ਗੁਰੂ ਨਾਨਕ ਹੀ ਹੋ ਗਏ। ਉਸ ਤੋਂ ਪਹਿਲਾਂ ਭਾਈ ਲੈਣਾ ਉਹ ਅਲੱਗ ਗੱਲ ਆ। ਪਰ ਜਦੋਂ ਆਪਾਂ ਜਦੋਂ ਗੱਲ ਕਰਨੀ ਹੈ ਗੁਰੂ ਨਾਨਕ ਦੀ ਜੋਤ ਦੀ ਨਿਰੰਤਰਤਾ ਦੀ, ਤਾਂ ਗੁਰੂ ਨਾਨਕ ਤੋਂ ਬਾਅਦ ਗੁਰੂ ਅੰਗਦ ਦੇਵ ਪਾਤਸ਼ਾਹ ਔਰ ਉਹਨਾਂ ਦਾ ਜੀਵਨ ਕਾਲ ਜੋ ਅਸੀਂ ਦੇਖਾਂਗੇ, ਉਹ ਦੇਖਾਂਗੇ ਕਿ ਉਹਨਾਂ ਨੇ ਗੁਰੂ ਤਖਤ ਦੇ ਉੱਤੇ ਬੈਠਣ ਤੋਂ ਬਾਅਦ ਕੀ ਕਿਹਾ। ਉਹ ਸਾਡਾ ਫਲਸਫਾ ਹੈ। ਉਸ ਤੋਂ ਪਹਿਲਾਂ ਉਹ ਜਵਾਲਾ ਜੀ ਜਾਂਦੇ ਹੁੰਦੇ ਸੀ ਜਾਂ ਕੁਛ ਵੀ ਕਰਦੇ ਹੁੰਦੇ ਸੀ, ਉਹ ਲਹਿਣੇ ਦੀ ਆਪਣੀ ਜ਼ਿੰਦਗੀ ਸੀ, ਉਹ ਲਹਿਣਾ ਸੀ ਜਿਹਦੀ ਜ਼ਿੰਦਗੀ ਸੀ। ਔਰ ਉਸ ਤੋਂ ਬਾਅਦ ਜਦੋਂ ਉਹ ਗੁਰਸਿੱਖ ਹੋ ਕੇ ਭਾਈ ਲਹਿਣਾ ਹੁੰਦੇ ਨੇ, ਫਿਰ ਉਹ ਗੁਰੂ ਨਾਨਕ ਪਾਤਸ਼ਾਹ ਦੇ ਸਿੱਖ ਬਣ ਜਾਂਦੇ ਨੇ। ਪਰ ਸਾਡੇ ਗੁਰੂ ਉਦੋਂ ਬਣਦੇ ਨੇ ਜਦੋਂ ਉਹਨਾਂ ਨੂੰ ਉਹ ਗੁਰੂ ਅੰਗਦ ਦੇਵ ਮਹਾਰਾਜ ਦੇ ਰੂਪ ਦੇ ਵਿੱਚ ਆ ਕੇ ਔਰ ਗੁਰੂ ਨਾਨਕ ਪਾਤਸ਼ਾਹ ਦੀ ਜਿਹੜੀ ਜੋਤ ਹੈ ਉਹ ਅੱਗੇ ਨਿਰੰਤਰ ਚੱਲਣੀ ਸ਼ੁਰੂ ਹੋ ਜਾਂਦੀ ਹੈ। ਹੁਣ ਗੁਰੂ ਅੰਗਦ ਦੇਵ ਮਹਾਰਾਜ ਗੁਰੂ ਨਾਨਕ ਹੀ ਹੋ ਗਏ ਔਰ ਗੁਰੂ ਨਾਨਕ ਹੋ ਕੇ ਹੀ ਜਿਹੜੇ ਆਪਣੇ ਹੀ ਪੂਰਨੇ ਪਾਏ ਹੋਏ ਸੀਗੇ, ਬਕਾਇਦਾ ਸਾਨੂੰ ਉਹ ਦੱਸ ਰਹੇ ਨੇ। ਹੁਣ ਦੂਜੀ ਗੱਲ ਜਿਹੜੀ ਪਿਛਲੇ ਐਪੀਸੋਡ ਦੇ ਵਿੱਚ ਇੰਪੋਰਟੈਂਟ ਆਈ ਸੀਗੀ, ਉਹ ਮੈਂ ਅੱਜ ਫਿਰ ਗੱਲ ਥੋੜ੍ਹੀ ਜਿਹੀ ਮੈਂ ਬੋਲ ਹੀ ਦਿੱਤੀ ਹੈ ਕਿ ਅਸੀਂ ਜਿਹੜਾ ਗੁਰੂ ਗੱਦੀ ਕਹਿ ਦਿੰਦੇ ਹਾਂ ਨਾ, ਮੈਂ ਅੱਖਰਾਂ ਦੇ ਵਿੱਚ ਨਹੀਂ ਪੈਣਾ ਚਾਹੁੰਦੀ, ਹੋ ਸਕਦਾ ਕਿਸੇ ਨੂੰ ਇਹੀ ਅੱਖਰ ਜ਼ਿਆਦਾ ਵਧੀਆ ਲੱਗਦਾ ਹੋਵੇ, ਪਰ ਮੇਰੇ ਲਈ ਗੁਰੂ ਤਖਤ ਹੈ। ਗੁਰੂ ਨਾਨਕ ਪਾਤਸ਼ਾਹ ਔਰ ਗੁਰਬਾਣੀ ਨੂੰ ਪਿਛਲੀ ਵਾਰੀ ਆਪਾਂ ਇਹ ਗੱਲ ਕੀਤੀ ਸੀ, ਗੁਰਬਾਣੀ ਵੀ ਬਕਾਇਦਾ ਹੀ ਦੱਸਦੀ ਹੈ ਕਿ ਗੁਰੂ ਨਾਨਕ ਪਾਤਸ਼ਾਹ ਨੇ ਤਖਤ ਅੱਗੇ ਤੋਰਿਆ, ਕਿਉਂਕਿ ਰਾਜਿਆਂ ਦੇ ਤਖਤ ਹੋਇਆ ਕਰਦੇ ਨੇ, ਗੱਦੀਆਂ ਕਿਸੇ ਵੀ ਪੀਰ ਫਕੀਰ ਦੀਆਂ ਹੋ ਸਕਦੀਆਂ। ਸੋ ਜਦੋਂ ਗੁਰੂ ਮਹਾਰਾਜ ਜਦੋਂ ਅਗਲਾ ਤਖਤ ਗੁਰੂ ਅੰਗਦ ਦੇਵ ਮਹਾਰਾਜ ਤਖਤ 'ਤੇ ਬੈਠਦੇ ਨੇ ਤਾਂ ਉਹ ਰਾਜ ਭਾਗ ਦੀ ਸਥਾਪਨਾ ਹੁੰਦੀ ਹੈ। ਔਰ ਉਹ ਰਾਜ ਕਿਹੜਾ? ਹਲੇਮੀ ਰਾਜ। ਉਹ ਆਪਾਂ ਪਿਛਲੀ ਵਾਰੀ ਸਾਰੀ ਗੱਲ ਕਰ ਚੁੱਕੇ, ਇਹਨੂੰ ਆਪਾਂ ਅੱਗੇ ਹੋਰ ਇਲੈਬੋਰੇਟ ਕਰਾਂਗੇ ਜਿਵੇਂ ਜਿਵੇਂ ਆਪਾਂ ਗੁਰੂ ਮਹਾਰਾਜ ਦੀ ਲਾਈਫ ਦੇ ਨਾਲ ਔਰ ਬਾਣੀ ਦੇ ਨਾਲ ਜਦੋਂ ਆਪਾਂ ਉਹਨਾਂ ਦੇ ਵਿੱਚੋਂ ਦੇਖਾਂਗੇ ਕਿ ਉਹ ਸਾਨੂੰ ਕੀ ਦੱਸਣਾ ਚਾਹੁੰਦੇ ਆ, ਸਾਨੂੰ ਗੁਰਸਿੱਖ ਜਾਂ ਗੁਰਮੁਖ ਨੂੰ ਉਹ ਕੀ ਬਣਾਉਣਾ ਚਾਹੁੰਦੇ ਆ, ਕਿੱਦਾਂ ਦਾ ਗੁਰਮੁਖ ਹੋ ਸਕਦਾ, ਤਾਂ ਉਦੋਂ ਆਪਾਂ ਇਹ ਗੱਲ ਕਰਾਂਗੇ। ਹੁਣ ਅੱਜ ਦਾ ਐਪੀਸੋਡ ਆ, ਉਹਦੇ ਵਿੱਚ ਆਪਾਂ ਫਿਰ ਉਹੀ ਗੱਲ ਸ਼ੁਰੂ ਹੁੰਦੀ ਹੈ ਕਿ ਜਦੋਂ ਅਸੀਂ ਅਰਦਾਸ ਕਰਦੇ ਹੋਏ ਇਹ ਕਹਿੰਦੇ ਹਾਂ ਕਿ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਏ। ਹੁਣ ਇਹਦੇ ਵਿੱਚ ਜਦੋਂ ਅੰਗਦ ਦੀ ਗੱਲ ਆਈ ਹੈ ਨਾ, ਤਾਂ ਉਹ ਜਦੋਂ ਅੱਖਰ ਆਇਆ ਜਦੋਂ ਗੁਰੂ ਅੰਗਦ ਆਇਆ ਤਾਂ ਸਾਡੇ ਮਨ ਦੇ ਵਿੱਚ ਕੀ ਭਾਵ ਉਤਪੰਨ ਹੋਣੇ ਚਾਹੀਦੇ ਆ, ਸਾਨੂੰ ਕੀ ਸੋਚਣਾ ਚਾਹੀਦਾ, ਸਾਡੇ ਇਮੀਡੀਏਟ ਜਿਹੜੀ ਮੈਮਰੀ ਉਹਦੇ 'ਚ ਕੀ ਫਲੈਸ਼ ਹੋਣਾ ਚਾਹੀਦਾ ਹੈ ਕਿ ਗੁਰੂ ਅੰਗਦ। ਕਿਉਂਕਿ ਜਿੰਨੀ ਵਾਰੀ ਅਸੀਂ ਅਰਦਾਸ ਕਰਦੇ, ਮੈਂ ਬੇਨਤੀ ਪਹਿਲਾਂ ਕਰ ਚੁੱਕੀ ਕਿ ਜਿੰਨੀ ਵਾਰੀ ਅਸੀਂ ਅਰਦਾਸ ਕਰਦੇ ਹਾਂ ਉਨੀ ਵਾਰ ਅਸੀਂ ਆਪਣੇ ਪੰਜਾਂ ਪਿਆਰਿਆਂ ਨੂੰ, ਆਪਣੇ ਚਾਹਾਂ ਸਾਹਿਬਜ਼ਾਦਿਆਂ ਨੂੰ, 40 ਮੁਕਤਿਆਂ ਨੂੰ, 10 ਗੁਰੂ ਪਾਤਸ਼ਾਹਾਂ ਨੂੰ, ਤਖਤਾਂ ਨੂੰ ਅਸੀਂ ਯਾਦ ਕਰਦੇ ਹਾਂ। ਪਰ ਉਹਨੂੰ ਅਸੀਂ ਮਕੈਨੀਕਲੀ ਯਾਦ ਕਰੀ ਜਾਂਦੇ ਹਾਂ, ਅਸੀਂ ਉਹ ਇੱਕ ਮਕੈਨੀਕਲੀ ਨਾਮ ਲਈ ਜਾਂਦੇ ਹਾਂ, ਹੈ ਨਾ। ਸਿੰਘਾਂ ਸਿੰਘਣੀਆਂ ਨੂੰ ਜਿਨ੍ਹਾਂ ਨੇ ਸੀਸ ਦਿੱਤੇ, ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ 'ਤੇ ਚੜ੍ਹੇ, ਆਰਿਆਂ ਨਾਲ ਚਿਰਾਏ ਗਏ, ਇਹ ਸਾਰੀਆਂ ਗੱਲਾਂ ਆਪਾਂ ਮਕੈਨੀਕਲੀ ਬੋਲੀ ਜਾਂਦੇ ਹਾਂ। ਇਹਨਾਂ ਦੇ ਵਿਚਲੇ ਜਿਹੜੇ ਫਲਸਫੇ ਨੇ, ਜੇਕਰ ਅਸੀਂ ਉਹ ਸਾਂਭ ਲੈਂਦੇ ਜਾਂ ਸਮਝ ਲੈਂਦੇ ਤਾਂ ਜੋ ਦੁਰਗਤੀ ਸਾਡੀ ਅੱਜ ਹੋ ਰਹੀ ਉਹ ਹੋਣੀ ਨਹੀਂ ਸੀ। ਮੈਂ ਇਸ ਕਰਕੇ ਅਰਦਾਸ ਦੀ ਹੀ ਗੱਲ ਕੀਤੀ ਸੀ ਔਰ ਅਰਦਾਸ ਦੇ ਇੱਕ ਅੱਖਰ ਨੂੰ ਆਪਾਂ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ। ਮੈਂ ਫਿਰ ਇਹ ਬੇਨਤੀ ਕਰਦੇ ਹਾਂ ਕਿ ਇੱਕ ਮਾਨਵ ਜਿਹੜੀ ਜ਼ੁਬਾਨ ਹੈ ਨਾ, ਜੋ ਇੱਕ ਇਨਸਾਨ ਦੀ ਜ਼ੁਬਾਨ ਹੈ, ਉਹਦਾ ਕੱਦ ਬਹੁਤ ਛੋਟਾ। ਮੇਰੀ ਜ਼ੁਬਾਨ ਇੰਨੀ, ਨਾ ਤਾਂ ਮੇਰੀ ਜ਼ੁਬਾਨ, ਨਾ ਮੇਰਾ ਦਿਮਾਗ, ਨਾ ਮੇਰੀ ਪਹੁੰਚ ਇੱਥੋਂ ਤੱਕ ਹੈ ਕਿ ਮੈਂ ਗੁਰੂ ਪਾਤਸ਼ਾਹ ਦੇ
ਪੂਰੇ ਫਲਸਫੇ ਨੂੰ ਸਮਝ ਜਾਵਾਂ ਔਰ ਫਿਰ ਸਮਝਾ ਵੀ ਦੇਵਾਂ ਜਾਂ ਬੋਲ ਵੀ ਦੇਵਾਂ, ਇਹ ਪੋਸੀਬਲ ਨਹੀਂ। ਪਰ ਜਿੰਨਾ ਕੁ ਸਾਨੂੰ ਸਮਝ ਆਉਂਦੀ ਹੈ, ਜਿੰਨੀ ਕੁ ਸਾਨੂੰ ਸੋਝੀ ਮਿਲਦੀ ਹੈ ਗੁਰੂ ਪਾਤਸ਼ਾਹ ਦੀ ਮਿਹਰ ਦੇ ਨਾਲ, ਉਹਨਾਂ ਦੇ ਹੁਕਮ ਦੇ ਨਾਲ, ਉਹਨਾਂ ਕੁ ਆਪਾਂ ਇੱਕ ਦੂਜੇ ਨਾਲ ਡਿਸਕਸ ਕਰਕੇ ਤਾਂ ਉਹਦੇ ਉੱਤੇ ਹੀ ਚੱਲਣਾ ਸ਼ੁਰੂ ਕਰ ਦਈਏ ਨਾ, ਤਾਂ ਬਹੁਤ ਕੁਛ ਬਦਲ ਜਾਊਗਾ। ਅਸੀਂ ਅਰਦਾਸ ਦੀ ਗੱਲ ਕਰਦੇ ਹੋਏ ਗੁਰੂ ਨਾਨਕ ਪਾਤਸ਼ਾਹ ਦੀ ਗੱਲ ਕੀਤੀ। ਹੁਣ ਅਗਲੀ ਗੱਲ ਆਉਂਦੀ ਹੈ ਗੁਰੂ ਅੰਗਦ ਦੇਵ ਮਹਾਰਾਜ ਦੀ। ਜਦੋਂ ਗੁਰੂ ਅੰਗਦ ਦੀ ਗੱਲ ਆ ਗਈ, ਇਹ ਗੱਲ ਅਸੀਂ ਸਮਝ ਲਈ ਕਿ ਗੁਰੂ ਨਾਨਕ ਤੋਂ ਹੀ ਗੁਰੂ ਅੰਗਦ ਦੀ ਜੋਤ ਚੱਲੀ ਹੈ। ਔਰ ਗੁਰੂ ਨਾਨਕ ਹੀ ਗੁਰੂ ਅੰਗਦ ਦੇਵ ਮਹਾਰਾਜ ਦੇ ਮਹਿਲ ਦੇ ਵਿੱਚ ਬੈਠ ਕੇ, ਜੋ ਉਹਨਾਂ ਦੀ ਦੇਹ ਹੈ ਉਹਦੇ ਵਿੱਚ ਬੈਠ ਕੇ ਆਪ ਹੀ ਉਹ ਗੱਲ ਕਰ ਰਹੇ ਨੇ। ਗੁਰੂ ਨਾਨਕ ਹੀ ਬੋਲ ਰਹੇ ਨੇ ਔਰ ਗੁਰੂ ਨਾਨਕ ਹੀ ਸਾਰਾ ਕੁਝ ਕਰਕੇ ਦੱਸ ਰਹੇ ਨੇ। ਇਹ ਗੱਲ ਸਾਨੂੰ ਅੱਗੇ ਤੋਰਨੀ ਪਊਗੀ। ਹੁਣ ਜੋ ਆਪਾਂ ਅੱਜ ਦੇ ਐਪੀਸੋਡ ਦੇ ਵਿੱਚ ਇਸੇ ਗੱਲ ਨੂੰ ਆਪਾਂ ਅੱਗੇ ਸ਼ੁਰੂ ਕਰਾਂਗੇ। ਪਰ ਹੁਣ ਆਪਾਂ ਇੱਕ ਵਾਰੀ ਇਹ ਝਾਤੀ ਮਾਰ ਲਈਏ ਕਿ ਜਿਹੜਾ ਰॉ ਮਟੀਰੀਅਲ ਸੀ, ਜਿਹਦੇ ਬਾਰੇ ਆਪਾਂ ਗੱਲ ਗੁਰੂ ਨਾਨਕ ਪਾਤਸ਼ਾਹ ਦੀ ਗੱਲ ਕਰਨ ਲੱਗਿਆਂ ਕੀਤੀ ਸੀਗੀ ਕਿ ਗੁਰੂ ਨਾਨਕ ਪਾਤਸ਼ਾਹ ਨੇ ਰॉ ਮਟੀਰੀਅਲ ਉਹੀ ਲਿਆ, ਕਿਉਂਕਿ ਕਈ ਸਾਡੇ ਜਿਹੜੇ ਬੜੇ ਬੁੱਧੀਜੀਵੀ ਜਾਂ ਬੜੇ ਵਧੀਆ ਜਿਹੜੇ ਸਾਡੇ ਪ੍ਰਚਾਰਕ ਨੇ, ਉਹ ਇਹ ਗੱਲ ਬੋਲ ਦਿੰਦੇ ਨੇ ਕਿ ਰॉ ਮਟੀਰੀਅਲ ਤੋਂ ਉੱਥੋਂ ਹੀ ਆਉਣਾ ਨਾ। ਗੁਰੂ ਨਾਨਕ ਪਾਤਸ਼ਾਹ ਨੇ ਉਸੇ ਹੀ ਰॉ ਮਟੀਰੀਅਲ ਨੂੰ, ਜਿਹੜਾ ਕਿ ਦੱਬਿਆ ਹੋਇਆ ਸੀ, ਕੁੱਟਿਆ ਜਾ ਰਿਹਾ ਸੀ, ਲੁੱਟਿਆ ਜਾ ਰਿਹਾ ਸੀ ਹਰ ਇੱਕ ਤਰੀਕੇ ਨਾਲ। ਜਿਹੜੇ ਉਸ ਟਾਈਮ 'ਤੇ ਧਰਮ ਦੇ ਠੇਕੇਦਾਰ ਸੀ, ਉਹ ਵੀ ਉਹਨਾਂ ਨੂੰ ਲੁੱਟ ਰਹੇ ਸੀ। ਜਿਹੜੇ ਬਾਹਰੋਂ ਧਾੜਵੀ ਆ ਰਹੇ ਸੀ, ਉਹ ਵੀ ਉਹਨਾਂ ਨੂੰ ਲੁੱਟ ਰਹੇ ਸੀ। ਔਰ ਇਹ ਜਿਹੜਾ ਇਨਸਾਨ, ਜੋ ਗੁਰੂ ਨਾਨਕ ਪਾਤਸ਼ਾਹ ਦੇ ਸਮੇਂ ਉਸ ਖਿੱਤੇ ਦੇ ਜੋ ਲੋਕ ਸੀ, ਉਹ ਆਪਣੇ ਆਪ ਨੂੰ ਗਿਵ ਅਪ ਕਰ ਗਏ ਸੀ। ਉਹ ਲੜਨ ਦਾ ਉਹ ਫਲਸਫਾ ਹੀ ਛੱਡ ਗਏ ਸੀ ਕਿ ਅਸੀਂ ਉਹਨਾਂ ਨਾਲ ਹੋਰ ਅੱਗੇ ਆਪਣੇ ਆਪ ਨੂੰ ਕਿਤੇ ਸਥਾਪਿਤ ਕੀਤਾ ਜਾ ਸਕੇ। ਉਸੇ ਹੀ ਰॉ ਮਟੀਰੀਅਲ ਨੂੰ ਗੁਰੂ ਨਾਨਕ ਪਾਤਸ਼ਾਹ ਲੈਂਦੇ ਨੇ, ਉਹਨਾਂ ਨੂੰ ਬਕਾਇਦਾ ਹੋਕਾ ਦੇ ਕੇ ਉਹ ਜਗਾਉਂਦੇ ਨੇ। ਇਹ ਗੱਲ ਆਪਾਂ ਗੁਰੂ ਨਾਨਕ ਪਾਤਸ਼ਾਹ ਦੀ ਜਿਹੜੀ ਸਾਡੇ ਕੋਲ ਸੀਗਾ, ਜਿੰਨੇ ਵੀ ਐਪੀਸੋਡ ਆਪਾਂ ਕੀਤੇ ਉਹ 'ਚ ਬਹੁਤ ਅਸੀਂ ਕਰ ਚੁੱਕੇ ਹਾਂ ਕਿ ਉਹ ਬਕਾਇਦਾ ਉਹਨਾਂ ਨੂੰ ਹੋਕਾ ਦੇ ਕੇ ਜਗਾਉਂਦੇ ਨੇ। ਜਗਾਉਣ ਤੋਂ ਬਾਅਦ ਬਕਾਇਦਾ ਉਹਨਾਂ ਨੂੰ ਕੁਝ ਰੂਲਸ ਦਿੰਦੇ ਨੇ ਕਿ ਇਹਨਾਂ ਰੂਲਸ ਦੇ ਉੱਪਰ ਚੱਲ ਕੇ ਉਹ ਪੂਰਨੇ ਪਾ ਦਿੰਦੇ ਨੇ ਕਿ ਇਹਨਾਂ ਰੂਲਸ ਦੇ ਉੱਪਰ ਚੱਲ ਕੇ ਹੀ ਇੱਕ ਹਲੇਮੀ ਰਾਜ ਵੱਲ ਵਧਿਆ ਜਾ ਸਕਦਾ। ਔਰ ਉਹ ਹਲੇਮੀ ਰਾਜ ਫਾਈਨਲੀ ਬਾਬਾ ਬੰਦਾ ਸਿੰਘ ਬਹਾਦਰ ਜਿਹੜੇ ਨੇ ਉਹ ਸਥਾਪਿਤ ਕਰਦੇ ਨੇ। ਇਹ ਗੱਲ ਸਾਨੂੰ ਸਮਝਣੀ ਪਊਗੀ। ਅੱਗੇ ਫਿਰ ਉਹ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਤੱਕ ਵੀ ਚੱਲਦਾ ਰਿਹਾ। ਹੁਣ ਆਪਾਂ ਦੇਖੀਏ ਕਿ ਗੁਰੂ ਅੰਗਦ ਦੇਵ ਪਾਤਸ਼ਾਹ ਨੂੰ ਜਦੋਂ ਅਸੀਂ ਉਹੀ ਰॉ ਮਟੀਰੀਅਲ ਨੂੰ, ਹੁਣ ਗੁਰੂ ਨਾਨਕ ਪਾਤਸ਼ਾਹ ਨੇ ਰॉ ਮਟੀਰੀਅਲ ਜਿਹੜਾ, ਜੋ ਇਨਸਾਨ ਨੇ, ਜੋ ਲੋਕ ਨੇ, ਉਹਨਾਂ ਨੂੰ ਜਾਗਰੂਕ ਕਰ ਦਿੱਤਾ। ਹੁਣ ਜਾਗਰੂਕ ਕਰਨ ਤੋਂ ਬਾਅਦ ਉਹ ਲੋਕ ਜਾਗਰੂਕ ਹੋ ਗਏ, ਪਰ ਅੱਗੇ ਕਿੱਦਾਂ ਚੱਲਣਗੇ? ਹੁਣ ਅੱਗੇ ਉਹਨਾਂ ਨੂੰ ਸ਼ੁਰੂ ਕਰਵਾਉਂਦੇ ਨੇ ਗੁਰੂ ਅੰਗਦ ਦੇਵ ਮਹਾਰਾਜ। ਹੁਣ ਗੁਰੂ ਅੰਗਦ ਦੇਵ ਪਾਤਸ਼ਾਹ ਬਕਾਇਦਾ ਉਹਨਾਂ ਦਾ ਅਭਿਆਸ ਕਰਾਉਂਦੇ ਨੇ ਉਹਨਾਂ ਹੀ ਰੂਲਸ ਦੇ ਉੱਤੇ, ਉਹਨਾਂ ਹੀ ਰੈਗੂਲੇਸ਼ਨਸ ਦੇ ਉੱਪਰ ਜੋ ਗੁਰੂ ਨਾਨਕ ਪਾਤਸ਼ਾਹ ਸਾਨੂੰ ਦੇ ਦਿੰਦੇ ਨੇ। ਗੁਰੂ ਨਾਨਕ ਪਾਤਸ਼ਾਹ ਦਾ ਅਗਰ ਜੀਵਨ ਕਾਲ ਦੇ ਵਿੱਚ ਆਪਾਂ ਪਹਿਲੀਆਂ ਐਪੀਸੋਡਸ ਦੇ ਵਿੱਚ ਕੀਤਾ, ਅਗਰ ਆਪ ਸਭ ਨੂੰ ਯਾਦ ਹੋਊਗਾ, ਤਾਂ ਅਸੀਂ ਗੱਲ ਕੀਤੀ ਸੀਗੀ ਕਿ ਜਦੋਂ ਉਹਨਾਂ ਦਾ ਜਿਹੜਾ ਜਨੇਊ ਵਾਲੀ ਰਿਵਾਜ ਜੋ ਰਸਮ ਹੋਣੀ ਆ, ਤਾਂ ਉਹਦੇ ਵਿੱਚ ਪਹਿਲਾ ਰੂਲ ਜਿਹੜਾ ਨਿਕਲ ਕੇ ਆਉਂਦਾ ਹੈ, ਉਹ ਕਿਹੜਾ ਰੂਲ ਨਿਕਲ ਕੇ ਆਉਂਦਾ? ਉਹ ਰੂਲ ਨਿਕਲ ਕੇ ਆਉਂਦਾ ਹੈ, ਗੁਰੂ ਨਾਨਕ ਪਾਤਸ਼ਾਹ ਬਕਾਇਦਾ ਦੱਸ ਦਿੰਦੇ ਨੇ ਕਿ ਜੇ ਮੇਰੀ ਭੈਣ ਦੇ ਨਹੀਂ ਪਾਇਆ ਜਾ ਸਕਦਾ ਜਨੇਊ, ਤਾਂ ਮੇਰੇ ਵੀ ਨਹੀਂ ਪਾਇਆ ਜਾ ਸਕਦਾ। ਜਿਸ ਧਰਮ ਦੇ ਵਿੱਚ ਮੇਰੀ ਭੈਣ ਨਹੀਂ ਜਾ ਸਕਦੀ, ਤਾਂ ਮੈਂ ਵੀ ਨਹੀਂ ਜਾ ਸਕਦਾ। ਇਹ ਗੱਲ ਹੋ ਜਾਂਦੀ ਆ। ਹੁਣ ਉੱਥੇ ਜੈਂਡਰ ਇਕੁਐਲਿਟੀ ਦੀ ਗੱਲ ਆਉਂਦੀ ਆ। ਉੱਥੇ ਗੁਰੂ ਨਾਨਕ ਪਾਤਸ਼ਾਹ ਇੱਕ ਪੂਰਨਾ ਪਾ ਦਿੰਦੇ ਨੇ ਕਿ ਗੁਰੂ ਦਾ ਸਿੱਖ ਜੈਂਡਰ ਇਕੁਐਲਿਟੀ ਦੇ ਉੱਤੇ ਚੱਲੂਗਾ। ਹੁਣ ਇਸੇ ਚੀਜ਼ ਦਾ ਵਿਸਥਾਰ ਅੱਗੇ ਗੁਰੂ ਅੰਗਦ ਦੇਵ ਮਹਾਰਾਜ ਕਿੱਦਾਂ ਕਰਦੇ ਨੇ? ਗੁਰੂ ਅੰਗਦ ਦੇਵ ਮਹਾਰਾਜ ਦੇ ਘਰ ਦੇ ਵਿੱਚ ਸਾਡੇ ਕੋਲ ਜੋ ਇੱਕ ਨਾਮ ਆਉਂਦਾ ਹੈ, ਉਹ ਹੈ ਮਾਤਾ ਖੀਵੀ ਜੀ। ਮਾਤਾ ਖੀਵੀ ਜੀ, ਜੇ ਆਪਾਂ ਸਾਰੇ ਇਸ ਗੱਲ ਤੋਂ ਭਲੀ ਭਾਂਤੀ ਜਾਣੂ ਹੋਵਾਂਗੇ ਕਿ ਮਾਤਾ ਖੀਵੀ ਜੀ ਉਹ ਨੇ ਜਿਹੜੇ ਲੰਗਰ ਦੀ ਪ੍ਰਥਾ ਨੂੰ ਇੰਸਟੀਟਿਊਸ਼ਨਲਾਈਜ਼ ਕਰਦੇ ਨੇ ਬਕਾਇਦਾ। ਜਿਹੜਾ ਉਹਨਾਂ ਨੂੰ ਜਿਸ ਰੂਪ ਦੇ ਵਿੱਚ ਅਸੀਂ ਲੰਗਰ ਨੂੰ ਅੱਜ ਜਾਣਦੇ ਹਾਂ, ਉਸ ਰੂਪ ਦੇ ਵਿੱਚ ਲੈ ਕੇ ਆਉਣ ਦੇ ਲਈ ਮਾਤਾ ਖੀਵੀ ਜੀ ਕਾਰਗਰ ਸਾਬਤ ਹੁੰਦੇ ਨੇ। ਮਾਤਾ ਖੀਵੀ ਜੀ ਨੇ ਜੋ ਬਕਾਇਦਾ ਉਸ ਪਰੰਪਰਾ ਨੂੰ ਅੱਗੇ ਚਲਾਉਂਦੇ ਨੇ। ਹੁਣ ਇੱਥੇ ਇਸ ਗੱਲ ਨੂੰ ਆਪਾਂ ਸਮਝ ਲਈਏ ਔਰ ਅੱਜ ਦਾ ਜਿਹੜਾ ਐਪੀਸੋਡ ਆ, ਮੈਨੂੰ ਲੱਗਦਾ ਕਿ ਇਹਨੂੰ ਡਿਸਕਸ ਕਰ ਲਈਏ ਕਿ ਕਿਸ ਤਰੀਕੇ ਨਾਲ, ਜਿਸ ਗੱਲ ਬਾਰੇ ਗੁਰੂ ਨਾਨਕ ਪਾਤਸ਼ਾਹ ਨੇ, ਦੇਖੋ ਗੁਰੂ ਨਾਨਕ ਪਾਤਸ਼ਾਹ ਇਹ ਬੋਲਦੇ ਨੇ ਕਿ ਜਿਸ ਧਰਮ ਦੇ ਵਿੱਚ ਮੇਰੀ ਭੈਣ ਨਹੀਂ ਜਾ ਸਕਦੀ, ਮੈਂ ਵੀ ਨਹੀਂ ਜਾਣਾ। ਔਰ ਉਹੀ ਗੁਰਮੁਖਾਂ ਦਾ ਜਿਹੜਾ ਧਰਮ ਜੋ ਗੁਰੂ ਨਾਨਕ ਪਾਤਸ਼ਾਹ ਚਲਾਉਂਦੇ ਨੇ, ਉਸ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਪਰੰਪਰਾ ਹੈ, ਉਸ ਨੂੰ ਅੱਗੇ ਵਧਾਉਣ ਫੈਲਾਉਣ ਦਾ ਹਿੱਸਾ ਜੋ ਹੈ ਉਹ ਕਿਹਦੇ ਹੱਥ 'ਚ ਆਇਆ? ਉਹ ਮਾਤਾ ਖੀਵੀ ਜੀ ਦੇ ਹੱਥ 'ਚ ਆਇਆ। ਔਰ ਬਕਾਇਦਾ ਇਸ ਗੱਲ ਦਾ ਹਵਾਲਾ ਜੋ ਹੈ ਉਹ ਸਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਮਿਲਦਾ।
ਬਕਾਇਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ, ਔਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਕਿਸੇ ਹੋਰ ਦਾ ਜੋ ਹੈ ਉਹ ਨਾਮ ਨਹੀਂ। ਨਾਨਕ ਨਾਮ ਦੀ ਮੋਹਰ ਜ਼ਰੂਰ ਹੈ, ਪਰ ਐਜ਼ ਇਟ ਇਜ਼ ਕਿਸੇ ਦਾ ਵੀ, ਕਿਸੇ ਗੁਰਸਿੱਖ ਦਾ ਇੰਝ ਨਾਮ ਨਹੀਂ ਆ। ਹਾਂ, ਇਹ ਜ਼ਰੂਰ ਹੋ ਸਕਦਾ ਕਿ ਕਿਸੇ ਨੇ ਕੋਈ ਬਾਣੀ ਬੋਲੀ ਹੈ ਤਾਂ ਉਹਨਾਂ ਦਾ ਨਾਮ ਆ ਗਿਆ, ਉਹ ਅਲੱਗ ਗੱਲ ਆ। ਪਰ ਮਾਤਾ ਖੀਵੀ ਜੀ ਦਾ ਨਾਮ ਵੀ ਆਉਂਦਾ, ਔਰ ਉਹਨਾਂ ਦੀ ਬਕਾਇਦਾ ਉਹਦੇ ਵਿੱਚ ਉਹਨਾਂ ਦਾ ਜੋ ਰੋਲ ਹੈ ਉਹਦੇ ਬਾਰੇ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਨੂੰ ਦੱਸਦੇ ਨੇ। ਬੋਲਦੇ ਨੇ, ਬਲਵੰਡ ਖੀਵੀ ਨੇਕ ਜਨ ਜਿਸ ਬਹੁਤੀ ਛਾਓ ਪਤਰਾਲੀ, ਲੰਗਰ ਦੌਲਤ ਵੰਡੀਐ ਰਸ ਅੰਮ੍ਰਿਤ ਖੀਰ ਘਿਆਲੀ। ਹੁਣ ਇਹਦੇ ਵਿੱਚ ਜਿਹੜਾ ਬਲਵੰਡ ਦੀ ਜਿਹੜੀ ਗੱਲ ਆਉਂਦੀ ਆ, ਉਹ ਬੋਲ ਰਹੇ ਨੇ ਕਿ ਖੀਵੀ ਜੋ ਹੈ, ਮਾਤਾ ਖੀਵੀ, ਉਹ ਨੇਕ ਨੋਬਲ ਸੋਲ ਆ, ਹੈ ਨਾ। ਔਰ ਉਹ ਕਿਸ ਤਰੀਕੇ ਨਾਲ ਹੀ ਉਹ ਕਹਿੰਦੇ ਨੇ ਕਿ ਉਹ ਬਾਕੀ ਸਭ ਨੂੰ ਇੱਕ ਬੜੀ ਸੰਘਣੀ ਛਾਂ ਦਿੰਦੇ ਆ। ਹੁਣ ਇਹਦੇ ਵਿੱਚ ਸਿਰਫ ਮਾਤਾ ਖੀਵੀ ਜੀ ਜਿਹੜੇ ਹੈ ਉਹ ਇੱਕ ਮਮਤਾ ਦੀ ਮੂਰਤ ਹੈ ਨਾ। ਮਮਤਾ ਦੀ ਮੂਰਤ ਉਹਨਾਂ ਨੇ ਦੱਸੇ ਕਿ ਉਹ ਸਾਰੀ ਜਿਹੜੀ ਸੰਗਤ ਆ ਰਹੀ ਉਹਨੂੰ ਛਾਂ ਦਿੰਦੇ ਆ। ਔਰ ਇਹਦੇ ਨਾਲ ਦੇ ਨਾਲ ਹੀ ਉਹ ਅਗਲੀ ਗੱਲ ਹੀ ਉਹ ਕਰਦੇ ਆ ਕਿ ਲੰਗਰ ਦੌਲਤ ਵੰਡੀ ਹੈ, ਕਿ ਉਹ ਆਪਣੀ ਉਹ ਲੰਗਰ ਦੇ ਰੂਪ ਦੇ ਵਿੱਚ ਦੌਲਤ ਵੀ ਵੰਡ ਰਹੇ ਆ। ਸੋ ਦੌਲਤ ਵੰਡ ਕੌਣ ਸਕਦਾ? ਹੁਣ ਇੱਥੇ ਆਪਾਂ ਦੇਖ ਲਈਏ, ਦੌਲਤ ਕੌਣ ਵੰਡ ਸਕਦਾ? ਕੋਈ ਵੀ ਜਿਹੜਾ ਕੋਈ ਪੀਰ ਫਕੀਰ, ਜੇ ਆਪਾਂ ਇਹਨੂੰ ਸਿਰਫ ਭਗਤੀ ਨਾਲ ਲਾ ਕੇ ਦੇਖਣਾ ਤਾਂ ਕਦੀ ਕਿਸੇ ਪੀਰ ਫਕੀਰ ਨੇ ਜਾਂ ਕਿਸੇ ਨੇ ਵੀ ਕਦੀ ਇਸ ਤਰੀਕੇ ਨਾਲ ਦੌਲਤ ਵੰਡੀ ਹੈ ਨਾ। ਦੌਲਤਾਂ ਵੰਡਣੀਆਂ ਸਿਰਫ ਰਾਜਿਆਂ ਦੇ ਹਿੱਸੇ ਆਈਆਂ। ਤਾਂ ਇਸ ਰਾਜ ਤਖਤ ਦੇ ਉੱਤੇ ਜਦੋਂ ਗੁਰੂ ਅੰਗਦ ਦੇਵ ਮਹਾਰਾਜ ਬਿਰਾਜਮਾਨ ਨੇ ਤਾਂ ਮਾਤਾ ਖੀਵੀ ਜੀ ਜਿਹੜੇ ਨੇ ਉਹ ਬਕਾਇਦਾ ਦੌਲਤ ਲੰਗਰ ਦੇ ਰੂਪ ਦੇ ਵਿੱਚ ਦੌਲਤ ਜਿਹੜੀ ਉਹ ਵੰਡ ਵੀ ਰਹੇ ਆ। ਔਰ ਉਹਨਾਂ ਦਾ ਵੰਡੀ ਹੋਈ ਜਿਹੜੀ ਖੀਰ ਆ ਉਹ ਕਹਿੰਦੇ ਅੰਮ੍ਰਿਤ ਹੈ। ਹੁਣ ਇੱਥੇ ਜੋ ਨੁਕਤਾ ਸਮਝਣ ਵਾਲਾ ਉਹ ਇਹ ਹੈ ਕਿ ਸਿਰਫ ਗੁਰੂ ਅੰਗਦ ਦੇਵ ਮਹਾਰਾਜ ਸਿੱਖਾਂ ਦੇ ਲਈ ਕੰਮ ਨਹੀਂ ਕਰ ਰਹੇ, ਉਹਨਾਂ ਦੇ ਨਾਲ ਮਾਤਾ ਖੀਵੀ ਜੀ ਵੀ ਕੰਮ ਕਰ ਰਹੇ ਨੇ। ਹੁਣ ਇਹਦੇ ਨਾਲ ਹੀ ਇੱਕ ਗੱਲ ਹੋਰ ਸਮਝਣ ਵਾਲੀ ਹੈ ਸੰਗਤ ਜੀ, ਧਿਆਨ ਇਹ ਦੇਣ ਦੀ ਲੋੜ ਹੈ ਕਿ ਹੋ ਕਿਹੜੇ ਵੇਲੇ ਰਿਹਾ ਹੈ। ਉਸ ਵੇਲੇ ਜਦੋਂ ਔਰਤਾਂ ਆਪਣੇ ਘੁੰਡ 'ਚੋਂ ਬਾਹਰ ਨਹੀਂ ਨਿਕਲ ਸਕਦੀਆਂ, ਜਦੋਂ ਔਰਤਾਂ ਨੂੰ ਉਹਨਾਂ ਦੇ ਇੱਕ ਦਾਇਰੇ ਦੇ ਵਿੱਚ ਬੰਦ ਕਰਕੇ ਰੱਖਿਆ ਹੋਇਆ ਔਰ ਉਸ ਤੋਂ ਅੱਗੇ ਚੱਲ ਨਹੀਂ ਸਕਦੀਆਂ, ਜਾਂ ਉਹਨਾਂ ਨੂੰ ਮੰਨਿਆ ਨਹੀਂ ਜਾਂਦਾ ਕਿ ਉਹ ਆਪਣੇ ਘਰ-ਬਾਰ ਤੋਂ ਬਿਨਾਂ ਵੀ ਹੋਰ ਕਿਤੇ ਕੰਮ ਕਰ ਸਕਦੀਆਂ, ਉਸ ਵੇਲੇ ਮਾਤਾ ਖੀਵੀ ਜੀ ਬਕਾਇਦਾ ਸੰਗਤਾਂ ਨੂੰ ਜੀ ਆਇਆਂ ਵੀ ਕਹਿੰਦੇ ਨੇ। ਸੰਗਤਾਂ ਨੂੰ ਉਹਨਾਂ ਦਾ ਪਿਆਰ ਵੀ ਮਿਲਦਾ, ਸੰਗਤਾਂ ਨੂੰ ਉਹਨਾਂ ਦਾ ਪਿਆਰ ਵੀ ਮਿਲਦਾ। ਤਾਂ ਹੀ ਤਾਂ ਉਹ ਕਹਿ ਰਹੇ ਨਾ ਕਿ ਸੰਘਣੀ ਛਾਂ ਵਾਂਗੂ ਹੈ ਮਾਤਾ ਖੀਵੀ ਜੀ, ਹੈ ਨਾ। ਔਰ ਉਸ ਛਾਂ ਦਾ ਆਨੰਦ ਜਿਹੜਾ ਹੈ ਉਹ ਸਾਰੀਆਂ ਸੰਗਤਾਂ ਮਾਣ ਵੀ ਰਹੀਆਂ, ਔਰ ਉਹਦੇ ਵਿੱਚ ਹੀ ਉਹ ਆਪਣੀਆਂ ਸੰਗਤਾਂ ਨੂੰ ਬਕਾਇਦਾ ਭੋਜਨ ਵੀ ਛਕਾਉਂਦੇ ਆ। ਹੁਣ ਭੋਜਨ ਛਕਾਉਂਦੇ ਆ, ਔਰ ਇਹ ਬਹੁਤ ਜਗ੍ਹਾ ਦੇ ਉੱਤੇ ਹੋਰ ਵੀ ਕਈ ਥਾਵਾਂ 'ਤੇ ਹਵਾਲੇ ਮਿਲ ਜਾਂਦੇ ਕਿ ਮਾਤਾ ਜੀ ਆਪ ਭੋਜਨ ਛਕਾਇਆ ਕਰਦੇ ਸੀਗੇ। ਤਾਂ ਹੁਣ ਇਹੋ ਜਿਹਾ ਜਿਹੜਾ ਇੱਕ ਮਾਡਲ ਤਿਆਰ ਕਰਨਾ ਕਿ ਇੱਕ ਔਰਤ, ਬਾਹਰੋਂ ਸਾਰੇ ਆਦਮੀ ਆ ਰਹੇ ਨੇ, ਜੇ ਆਪਾਂ ਇਹਨਾਂ ਨੂੰ ਇੱਕ ਔਰਤ ਆਦਮੀ ਦੀ ਬਾਈਨਰੀ ਵਿੱਚ ਵੇਖਣਾ ਹੋਵੇ ਤਾਂ ਆਦਮੀ ਆ ਰਹੇ ਨੇ, ਹੋ ਸਕਦਾ ਔਰਤਾਂ ਵੀ ਆ ਰਹੀਆਂ ਹੋਣ, ਪਰ ਉਹਨਾਂ ਦੀ ਜਿਹੜੀ ਜੋ ਸੇਵਾ ਹੈ ਜਾਂ ਉਹਨਾਂ ਦਾ ਜੋ ਦੇਖ ਰੇਖ ਹੈ, ਉਹਨਾਂ ਨੂੰ ਜੀ ਆਇਆਂ ਕਹਿਣਾ, ਉਹ ਸਾਰਾ ਕੁਝ ਕੌਣ ਕਰ ਰਿਹਾ? ਮਾਤਾ ਖੀਵੀ ਜੀ। ਦੋ ਗੱਲਾਂ ਇਹਦੇ ਵਿੱਚ ਇੰਪੋਰਟੈਂਟ ਹੈ। ਇੱਕ ਤਾਂ ਉਹ ਮਾਤਾ ਖੀਵੀ ਜੀ ਨੇ, ਯਾਨੀ ਕਿ ਜੋ ਗੁਰੂ ਤਖਤ 'ਤੇ ਬੈਠਾ ਹੈ ਉਹ ਉਹਨਾਂ ਦੇ ਬੈਟਰ ਹਾਫ ਹੈ, ਔਰ ਫਿਰ ਵੀ ਉਹ ਸੰਗਤਾਂ ਦੀ ਸੇਵਾ ਕਰ ਰਹੇ ਨੇ। ਤਾਂ ਇੱਥੇ ਹੀ ਜਿਹੜਾ ਗੁਰੂ ਚੇਲੇ ਵਾਲੀ ਜਿਹੜੀ ਪਰੰਪਰਾ ਹੈ ਜੋ ਚੱਲਦੀ ਆਉਂਦੀ ਹੈ ਕਿ ਜਿਹੜਾ ਗੁਰੂ ਹੁੰਦਾ ਆ ਉਹਦੀ ਸੇਵਾ ਦੇ ਵਿੱਚ ਸਾਰੇ ਲੱਗਣਗੇ, ਜੋ ਅੱਜ ਵੀ ਚੱਲ ਰਿਹਾ। ਜਿਹੜਾ ਕਿਸੇ ਦਾ ਮਾੜਾ ਮੋਟਾ ਵੀ ਡੇਰਾ ਚੱਲ ਪੈਂਦਾ ਨਾ, ਸਭ ਆਪਾਂ ਉਹਦੇ ਪੈਰੀਂ ਡਿੱਗ ਪੈਂਦੇ ਹਾਂ। ਅਤੇ ਇੱਧਰ ਮੇਰੇ ਗੁਰੂ ਦੇ ਘਰ ਦੇ ਵਿੱਚ ਕੀ ਹੋ ਰਿਹਾ ਕਿ ਗੁਰੂ ਅੰਗਦ ਦੇਵ ਮਹਾਰਾਜ ਨੇ ਤੇ ਉਹਨਾਂ ਦੀ ਉਹਨਾਂ ਦਾ ਅੰਗ ਜੋ ਉਹਨਾਂ ਦੇ ਬੈਟਰ ਹਾਫ ਹੈ, ਮਾਤਾ ਖੀਵੀ ਜੀ, ਉਹ ਬਕਾਇਦਾ ਸੰਗਤਾਂ ਨੂੰ ਜੀ ਆਇਆਂ ਵੀ ਕਹਿ ਰਹੇ ਨੇ, ਉਹਨਾਂ ਨੂੰ ਲੰਗਰ ਵੀ ਛਕਾ ਰਹੇ ਨੇ, ਲੰਗਰ ਪਾਣੀ ਵੀ ਛਕਾ ਰਹੇ ਨੇ। ਦੂਜੀ ਗੱਲ ਜਿਹੜੀ ਆਉਂਦੀ ਆ ਉਹ ਹੈ ਪ੍ਰੋਗਰੈਸਿਵ ਸੁਸਾਇਟੀ ਦੀ ਗੱਲ। ਅੱਜ ਇਹ ਗੱਲਾਂ ਕਰ ਰਹੇ ਹਾਂ ਅੱਜ ਦੇ ਯੁੱਗ ਦੇ ਵਿੱਚ ਕਿ ਔਰਤਾਂ ਆਦਮੀਆਂ ਦੇ ਬਰਾਬਰ ਕੰਮ ਕਰ ਸਕਦੀਆਂ ਨੇ। ਮੇਰੇ ਗੁਰੂ ਪਾਤਸ਼ਾਹ ਦੇ ਘਰ ਦੇ ਵਿੱਚ ਬਕਾਇਦਾ ਪ੍ਰੈਕਟੀਕਲੀ ਔਰਤ ਆਦਮੀ ਦੇ ਬਰਾਬਰ ਕੰਮ ਕਰ ਰਹੀ ਹੈ। ਸੋ ਜਿਹੜਾ ਪੂਰਨਾ ਗੁਰੂ ਨਾਨਕ ਪਾਤਸ਼ਾਹ ਨੇ ਪਾਇਆ ਸੀ ਇਹ ਕਹਿ ਕੇ ਕਿ ਜੇਕਰ ਕਿਸੇ ਧਰਮ ਦੇ ਵਿੱਚ ਮੇਰੀ ਭੈਣ ਅਲਾਊਡ ਨਹੀਂ ਨਾ ਤਾਂ ਮੈਂ ਵੀ ਨਹੀਂ, ਤਾਂ ਬਕਾਇਦਾ ਉਹਦਾ ਜਿਹੜਾ ਇੱਕ ਪ੍ਰੈਕਟੀਕਲ ਰੂਪ ਹੈ ਉਹ ਗੁਰੂ ਅੰਗਦ ਦੇਵ ਮਹਾਰਾਜ ਦੀ ਲਾਈਫ ਦੇ ਵਿੱਚ ਸਾਨੂੰ ਦੇਖਣ ਨੂੰ ਮਿਲ ਜਾਂਦਾ ਕਿ ਸਿੱਖ ਧਰਮ ਦੇ ਵਿੱਚ ਆਦਮੀ ਦੇ ਨਾਲ ਔਰਤ ਵੀ ਉਨਾ ਹੀ ਕੰਮ ਕਰੂਗੀ, ਉਸੇ ਤਰੀਕੇ ਨਾਲ ਹੀ ਅੱਗੇ ਚੱਲੂਗੀ।
ਸੋ ਗੁਰੂ ਅੰਗਦ ਦੇਵ ਮਹਾਰਾਜ ਇੰਪੋਰਟੈਂਟ ਨੇ ਕਿਉਂਕਿ ਉਹ ਸਾਡੇ ਗੁਰੂ ਨੇ। ਮਾਤਾ ਖੀਵੀ ਜੀ ਵੀ ਇੰਪੋਰਟੈਂਟ ਨੇ ਕਿਉਂਕਿ ਜਿਹੜੀ ਅੱਜ ਪ੍ਰਥਾ ਦੇ ਉੱਤੇ ਅੱਜ ਅਸੀਂ ਨਾਜ਼ ਕਰ ਰਹੇ ਹਾਂ, ਸਾਰੀ ਦੁਨੀਆ ਸਾਨੂੰ ਇਸ ਪ੍ਰਥਾ ਬਾਰੇ ਜਾਣਦੀ ਹੈ। ਸਾਰੀ ਦੁਨੀਆ ਨੂੰ ਪਤਾ ਕਿ ਸਿੱਖ ਹਰ ਜਗ੍ਹਾ ਦੇ ਉੱਤੇ ਲੰਗਰ ਲਾਉਂਦੇ ਆ। ਉਹ ਲੰਗਰ ਦੀ ਪ੍ਰਥਾ ਜਿਹੜੀ ਆ ਉਹ ਇੰਨੇ ਵੱਡੇ ਵਿਰਾਟ ਰੂਪ ਦੇ ਵਿੱਚ ਲੈ ਕੇ ਆਉਣ ਵਾਲੀ ਮਾਤਾ ਖੀਵੀ ਜੀ ਆ। ਸੋ ਮਾਤਾ ਖੀਵੀ ਜੀ ਦਾ ਜਿਹੜਾ ਔਰ ਜਿਹੜਾ ਉਹਨਾਂ ਦਾ ਰੁਤਬਾ ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਦਰਜ ਹੋ ਗਿਆ, ਉਹ ਆਪਣੇ ਆਪ ਦੇ ਵਿੱਚ ਹੀ ਜੈਂਡਰ ਇਕੁਐਲਿਟੀ ਦੀ ਬਹੁਤ ਵੱਡੀ ਗੱਲ ਹੈ। ਆਪਣੇ ਆਪ ਵਿੱਚ ਹੀ ਉਹ ਦੱਸਦਾ ਹੈ ਕਿ ਸਿੱਖੀ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਦੇ ਘਰ ਦੇ ਵਿੱਚ ਜਿਹੜੀਆਂ ਬੀਬੀਆਂ ਨੇ, ਜਿਹੜੀਆਂ ਔਰਤਾਂ ਨੇ, ਉਹਨਾਂ ਦਾ ਥਾਂ ਕੀ ਹੋਊਗਾ। ਇਹ ਗੱਲ ਹੁਣ ਇਹ ਤਾਂ ਹੋ ਗਿਆ ਮਾਤਾ ਜੀ ਦੀ ਜਿਹੜੀ ਉਹਨਾਂ ਨੇ ਜੋ ਲੰਗਰ ਦੀ ਸੇਵਾ ਕੀਤੀ। ਇਹਦੇ ਨਾਲ ਹੀ ਅਗਲੀ ਗੱਲ ਜਿਹੜੀ ਆਉਂਦੀ ਹੈ, ਜੋ ਇੱਕ ਹੋਰ ਪੁਆਇੰਟਰ ਹੈ ਇਹ ਸਮਝਣ ਨੂੰ, ਕਿ ਜਿਹੜੀ ਆਪਾਂ ਪ੍ਰੋਗਰੈਸਿਵ ਸੁਸਾਇਟੀ ਦੀ ਗੱਲ ਕਰਦੇ ਆ ਕਿ ਗੁਰੂ ਪਾਤਸ਼ਾਹ ਦੇ ਘਰ ਦੇ ਵਿੱਚ ਜਿਹੜੀਆਂ ਔਰਤਾਂ ਨੇ ਉਹ ਕਿੱਦਾਂ ਈਕੁਅਲ ਨੇ। ਉਸ ਵੇਲੇ ਦੇ ਲੋਕਾਂ ਨੂੰ ਤਕਰੀਬਨ ਅੱਜ ਵੀ ਇੱਦਾਂ ਹੀ ਹੁੰਦਾ। ਜਦੋਂ ਅਸੀਂ ਕਿਸੇ ਨੂੰ ਕਹਿਣਾ ਹੋਵੇ ਤਾਂ ਆਪਾਂ ਕਿਸੇ ਨੂੰ ਉਹ ਜਿਹੜਾ ਵੀ ਉਹਨਾਂ ਦੇ ਘਰ ਦੇ ਵਿੱਚ ਇੰਪੋਰਟੈਂਟ ਬੰਦਾ ਹੋਵੇ ਨਾ, ਉਹਦੇ ਨਾਮ ਨਾਲ ਜਾਣਦੇ ਹਾਂ। ਇਹ ਫਲਾਣੇ ਦਾ ਫਾਦਰ ਹੈ ਜਾਂ ਇਹ ਫਲਾਣੇ ਦੀ ਮਦਰ ਹੈ, ਇੱਦਾਂ ਹੀ ਬੋਲਦੇ ਆ ਨਾ। ਜੇ ਆਪਾਂ ਕਿਸੇ ਨੂੰ ਕਿਸੇ ਬਹੁਤ ਫੇਮਸ ਬੰਦੇ ਦੀ ਗੱਲ ਕਰਨੀ ਹੋਵੇ ਤਾਂ ਜਿਹੜੇ ਉਹਦੇ ਬਾਕੀ ਘਰ ਦੇ ਮੈਂਬਰ ਆ ਉਹਦੇ ਨਾਮ ਦੇ ਨਾਲ ਜਾਣੇ ਜਾਣ ਲੱਗ ਜਾਂਦੇ ਆ। ਇਸ ਤਰੀਕੇ ਨਾਲ ਹੀ ਹੁੰਦਾ। ਔਰ ਔਰਤਾਂ ਨੂੰ ਉਸ ਵੇਲੇ ਹਮੇਸ਼ਾ ਤੋਂ ਹੀ ਫਲਾਣੇ ਦੀ ਬੀਵੀ, ਫਲਾਣੇ ਦੀ ਉਹ ਨੂੰ, ਇਸ ਤਰੀਕੇ ਨਾਲ ਹੀ ਪਛਾਣਿਆ ਜਾਂਦਾ ਸੀ। ਅੱਜ ਤੱਕ ਵੀ ਇੱਦਾਂ ਹੀ ਆ। ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਗੁਰੂ ਅੰਗਦ ਦੇਵ ਪਾਤਸ਼ਾਹ ਨੂੰ ਮਾਤਾ ਖੀਵੀ ਜੀ ਦੇ ਨਾਮ ਨਾਲ ਸੰਬੋਧਨ ਕੀਤਾ ਗਿਆ। ਮਾਤਾ ਖੀਵੀ ਸਹ ਸੋਏ ਜਿਨ ਗੋਏ ਉਠਾਲੀ। ਹੁਣ ਮਾਤਾ ਖੀਵੀ ਸਹ ਮਤਲਬ ਜਿਹੜਾ ਉਹਨਾਂ ਦਾ ਸ਼ੌਹਰ, ਉਹ ਕੌਣ ਆ? ਇਹ ਐਸਾ ਮਾਤਾ ਖੀਵੀ ਦਾ ਜਿਹੜਾ ਪਤੀ ਹੈ, ਉਹ ਐਸਾ ਹੈ ਜਿਸ ਨੇ ਇਸ ਪੂਰੀ ਦੁਨੀਆ ਨੂੰ ਸਸਟੇਨ ਕਰਕੇ ਰੱਖਿਆ ਹੋਇਆ। ਹੁਣ ਸਿਫਤ ਤਾਂ ਗੁਰੂ ਅੰਗਦ ਦੇਵ ਮਹਾਰਾਜ ਦੀ ਹੈ ਹੀ, ਕਿਉਂਕਿ ਉਹ ਜਗਤ ਗੁਰੂ ਬਾਬਾ ਨਾਨਕ ਜਿਹੜੇ ਨੇ ਉਹਨਾਂ ਦੀ ਅਗਲੀ ਜੋਤ ਆ। ਤਾਂ ਉਹਨਾਂ ਨੇ ਉਹ ਦੱਸ ਰਹੇ ਨੇ ਕਿ ਪੂਰੀ ਦੁਨੀਆ ਨੂੰ ਉਹਨਾਂ ਨੇ ਸਸਟੇਨ ਕਰ ਰਹੇ ਨੇ। ਔਰ ਉਹਦੇ ਨਾਲ ਹੀ ਪਰ ਉਹਨਾਂ ਦੀ ਪਹਿਚਾਣ ਕਿੱਦਾਂ ਕੀਤੀ ਆ? ਸਿਰਫ ਇਹ ਕਹਿ ਕੇ ਕਿ ਮਾਤਾ ਖੀਵੀ ਦਾ ਪਤੀ। ਤੋ ਇੱਥੋਂ ਸਾਨੂੰ ਸਮਝਣਾ ਪਊਗਾ ਕਿ ਮਾਤਾ ਖੀਵੀ ਦੀ ਜਿਹੜੀ ਇੰਪੋਰਟੈਂਸ ਹੈ, ਸੋ ਬੇਸਿਕਲੀ ਇਹ ਸਿਰਫ ਮਾਤਾ ਖੀਵੀ ਦੀ ਗੱਲ ਨਹੀਂ ਆ। ਉਸ ਤੋਂ ਬਾਅਦ ਵੀ ਅੱਗੇ ਵੀ ਆਪਾਂ ਚੱਲਦੇ ਜਾਈਏ ਪੂਰੇ ਇਤਿਹਾਸ ਦੇ ਵਿੱਚ, ਤਾਂ ਸਾਡੇ ਹਰ ਇੱਕ ਗੁਰੂ ਪਾਤਸ਼ਾਹ ਦੇ ਨਾਲ ਜਿਹੜੇ ਉਹਨਾਂ ਦੀ ਬੈਟਰ ਹਾਫ ਹੈ, ਉਹਨਾਂ ਦਾ ਇੱਕ ਬੜਾ ਇੰਪੋਰਟੈਂਟ ਰੋਲ ਰਿਹਾ ਆ। ਅੱਗੇ ਚੱਲ ਕੇ ਸਾਨੂੰ ਇਹ ਵੀ ਸਮਝ ਆਉਂਦੀ ਹੈ ਕਿ ਬਾਕਾਇਦਾ ਮਾਤਾ ਜੀ ਹੁਣੀ ਜਿਹੜੇ ਹੈਗੇ ਆ ਉਹ ਸਿੱਖਾਂ ਦੇ ਨਾਮ ਹੁਕਮਨਾਮੇ ਵੀ ਦਿੰਦੇ ਰਹੇ ਨੇ। ਸੋ ਸਿੱਖਾਂ ਦਾ ਜਿਹੜੀ ਪਰੰਪਰਾ ਹੈ ਉਹਨੂੰ ਅੱਗੇ ਚਲਾਉਂਦੇ ਰਹੇ ਨੇ। ਪਰ ਇਸ ਦਾ ਮੁੱਢ ਕੌਣ ਬਣ ਗਿਆ? ਗੁਰੂ ਨਾਨਕ ਪਾਤਸ਼ਾਹ ਦਾ ਇੱਕ ਫਲਸਫਾ, ਇੱਕ ਵਾਕ। ਔਰ ਉਸ ਤੋਂ ਬਾਅਦ ਗੁਰੂ ਅੰਗਦ ਦੇਵ ਮਹਾਰਾਜ ਦੇ ਘਰ ਦੇ ਵਿੱਚ ਬਾਕਾਇਦਾ ਦ੍ਰਿੜ ਕਰਕੇ ਇਸ ਗੱਲ ਨੂੰ ਦਿਖਾ ਦਿੱਤਾ ਗਿਆ ਕਿ ਸਿੱਖਾਂ ਦੇ ਘਰਾਂ ਦੇ ਵਿੱਚ ਔਰਤਾਂ ਕੇਵਲ ਕਮਰਿਆਂ ਦੇ ਵਿੱਚ ਜਾਂ ਅੰਦਰ ਦਰਵਾਜ਼ਿਆਂ ਦੇ ਪਿੱਛੇ ਬੰਦ ਨਹੀਂ ਰਹਿਣਗੀਆਂ। ਉਹ ਬਾਕਾਇਦਾ ਸਾਹਮਣੇ ਆ ਕੇ ਔਰ ਹਰ ਇੱਕ ਤਰੀਕੇ ਦੇ ਨਾਲ ਧਰਮ ਪ੍ਰਚਾਰ ਦੀ ਗੱਲ ਵੀ ਕਰਨਗੀਆਂ। ਜਿੱਥੇ ਜੰਗ ਲੱਗੂਗੀ ਉੱਥੇ ਲੜਾਈ ਵੀ ਕਰਨਗੀਆਂ। ਹਰ ਇੱਕ ਤਰੀਕੇ ਦੇ ਨਾਲ ਉਹ ਬਰਾਬਰ ਰੋਲ ਅਦਾ ਕਰਨਗੀਆਂ। ਇਹ ਗੁਰੂ ਨਾਨਕ ਪਾਤਸ਼ਾਹ ਦੇ ਘਰ ਦੀ ਸਿਫਤ ਜਿਹੜੀ ਹੈ, ਇਹ ਸਾਨੂੰ ਸਮਝਣੀ ਪਊਗੀ। ਹੁਣ ਜਿਸ ਤਰੀਕੇ ਮੈਂ ਇੱਕ ਆਈਡੀਆ ਦਿੱਤਾ, ਇੱਕ ਗੱਲ ਕੱਢੀ ਆ ਕਿ ਇਹਦੇ ਵਿੱਚੋਂ ਗੁਰੂ ਨਾਨਕ ਪਾਤਸ਼ਾਹ ਨੇ ਪੂਰਨਾ ਪਾਇਆ ਸੀਗਾ ਜੈਂਡਰ ਇਕੁਐਲਿਟੀ ਦਾ। ਗੁਰੂ ਅੰਗਦ ਦੇਵ ਮਹਾਰਾਜ ਨੇ ਉਹਨੂੰ ਬਾਕਾਇਦਾ ਜੀ ਕੇ ਉਹਨਾਂ ਦੇ ਜੀਵਨ ਕਾਲ ਦੇ ਵਿੱਚ ਸਾਨੂੰ ਸਮਝ ਆਉਂਦੀ ਆ। ਮਾਤਾ ਖੀਵੀ ਜੀ ਦੇ ਅਕੋਰਡਿੰਗ ਸਾਨੂੰ ਸਮਝ ਆਉਂਦੀ ਆ ਕਿ ਉਸ ਫਲਸਫੇ ਨੂੰ ਵਿਸਥਾਰ ਰੂਪ ਦੇ ਵਿੱਚ ਸਮਝਾਇਆ ਕਿੱਦਾਂ ਗਿਆ। ਹੁਣ ਇਹਦੇ ਨਾਲ ਹੀ ਆਪਾਂ ਇਹ ਵੀ ਵੇਖੀਏ ਕਿ ਜਿਹੜੇ ਉਹ ਲੋਕ ਜਦੋਂ ਉਹ ਦੇਖਦੇ ਹੋਣਗੇ ਕਿ ਜਿੱਥੇ ਬਾਕੀ ਔਰਤਾਂ ਦਾ ਜਿਹੜਾ ਕੰਮ ਹੈ ਉਹ ਸਿਰਫ ਚੁੱਲ੍ਹੇ ਚੌਂਕੇ ਤੱਕ ਹੈ, ਉੱਥੇ ਮਾਤਾ ਖੀਵੀ ਜੀ ਜਿਹੜੇ ਨੇ ਉਹ ਬਾਕਾਇਦਾ ਸੰਗਤਾਂ ਦੇ ਵਿੱਚ ਵਿਚਰ ਰਹੇ ਨੇ। ਜਦੋਂ ਇਹ ਗੱਲ ਉਹਨਾਂ ਦੇ ਦਿਮਾਗ 'ਚ ਆਉਂਦੀ ਹੋਊਗੀ ਤਾਂ ਉਹ ਬਾਕਾਇਦਾ ਆਪਣੇ ਘਰ ਜਾ ਕੇ ਆਪਣੀਆਂ ਜਿਹੜੀਆਂ ਔਰਤਾਂ ਨੇ ਉਹਨਾਂ ਨੂੰ ਵੀ ਉਸੇ ਤਰੀਕੇ ਨਾਲ ਕਿਸੇ ਨਾ ਕਿਸੇ ਇੱਕ ਇਕੁਐਲਿਟੀ ਦੇ ਰੂਪ ਦੇ ਵਿੱਚ ਦੇਖਣਾ ਸ਼ੁਰੂ ਕਰਨਗੇ। ਸੋ ਇਹ ਗੁਰੂ ਮਹਾਰਾਜ ਦਾ ਸਾਨੂੰ ਅਭਿਆਸ ਕਰਾਉਣ ਦਾ ਇੱਕ ਤਰੀਕਾ ਸੀ। ਇਸ ਤਰੀਕੇ ਨਾਲ ਉਹਨਾਂ ਨੇ ਸਾਨੂੰ ਅਭਿਆਸ ਕਰਾਇਆ ਜੈਂਡਰ ਇਕੁਐਲਿਟੀ ਦਾ, ਜਿਹਦੇ ਵਿੱਚ ਉਹਨਾਂ ਨੇ ਸਾਨੂੰ ਇਹ ਦੱਸ ਦਿੱਤਾ ਕਿ ਤੁਸੀਂ ਔਰਤ ਮਰਦ ਇਸ ਤਰੀਕੇ ਦੀਆਂ ਬਾਈਨਰੀਜ਼ ਵਿੱਚ ਨਹੀਂ ਡਿਵਾਈਡ ਹੋ ਸਕਦੇ। ਸੋ ਇਸੇ ਤਰੀਕੇ ਦੇ ਨਾਲ ਹੀ ਜਦੋਂ ਆਪਾਂ ਅੱਗੇ ਚੱਲਦੇ ਹਾਂ ਤਾਂ ਗੁਰੂ ਪਾਤਸ਼ਾਹ ਦੀ ਜੀਵਨ ਕਾਲ ਦੇ ਵਿੱਚ ਸਾਨੂੰ ਹੋਰ ਜਿਹੜੇ ਬਾਕੀ ਵੀ ਜਿਹੜੇ ਸਾਨੂੰ ਜਿਨ੍ਹਾਂ ਬਾਰੇ ਆਪਾਂ ਡਿਸਕਸ ਵੀ ਕਰਾਂਗੇ ਕਿ ਉਹ ਜਿਹੜੇ ਨੇ ਉਹ ਵੀ ਸਾਨੂੰ ਬਾਕਾਇਦਾ ਗੁਰੂ ਨਾਨਕ ਪਾਤਸ਼ਾਹ ਦੇ ਪਏ ਹੋਏ ਪੂਰਨਿਆਂ ਦੇ ਨਾਲ ਰਿਲੇਟਡ ਹੁੰਦੇ ਹੋਏ ਦਿਖਣਗੇ। ਜੋ ਗੁਰੂ ਨਾਨਕ ਪਾਤਸ਼ਾਹ ਨੇ ਪੂਰਨੇ ਪਾਏ ਬਾਕਾਇਦਾ ਉਹਨਾਂ ਨੂੰ ਹੀ ਇਲੈਬੋਰੇਟ ਗੁਰੂ ਅੰਗਦ ਦੇਵ ਮਹਾਰਾਜ ਦੇ ਜੀਵਨ ਕਾਲ ਦੇ ਵਿੱਚ ਕੀਤਾ ਗਿਆ। ਉਹ ਸਾਨੂੰ ਅੱਗੇ ਚੱਲ ਕੇ ਵੀ ਦੇਖਣ ਨੂੰ ਮਿਲੂਗਾ।
ਸਾਨੂੰ ਗੁਰੂ ਅੰਗਦ ਦੇਵ ਮਹਾਰਾਜ ਦੇ ਵਿੱਚੋਂ ਸੋ ਇੱਕ ਗੱਲ ਜਿਹੜੀ ਪਹਿਲੀ ਗੱਲ ਜਦੋਂ ਆਪਾਂ ਕਹਾਂਗੇ ਕਿ ਗੁਰੂ ਨਾਨਕ ਪਾਤਸ਼ਾਹ ਦਾ ਨਾਮ ਲੈਣ ਤੋਂ ਬਾਅਦ ਜਦੋਂ ਗੁਰੂ ਅੰਗਦ ਦੇਵ ਮਹਾਰਾਜ ਦਾ ਨਾਮ ਲਵਾਂਗੇ ਤਾਂ ਸਾਨੂੰ ਪਹਿਲੀ ਗੱਲ ਤਾਂ ਇਹ ਸਮਝ ਲੈਣੀ ਪਊਗੀ ਕਿ ਜਿਹੜਾ ਗੁਰੂ ਨਾਨਕ ਦਾ ਪਹਿਲਾ ਫਲਸਫਾ ਸੀ ਉਹ ਉਹਨਾਂ ਦੇ ਜੀਵਨ ਕਾਲ ਦੇ ਵਿੱਚ ਦ੍ਰਿੜ ਕਰਵਾਇਆ ਗਿਆ। ਸੋ ਅਸੀਂ ਫਿਰ ਉਹੀ ਗੱਲ ਰੂਲ ਉਹੀ ਜੈਂਡਰ ਇਕੁਐਲਿਟੀ ਦੀ ਗੱਲ ਸਾਨੂੰ ਸਮਝਣੀ ਪਊਗੀ। ਸਾਨੂੰ ਆਪਣੇ ਘਰਾਂ ਦੇ ਵਿੱਚ ਜਿਹੜੀਆਂ ਇਹ ਬਾਈਨਰੀਜ਼ ਨੇ ਇਹਨਾਂ ਨੂੰ ਤੋੜਨਾ ਪਊਗਾ। ਅਗਲੀ ਗੱਲ ਜਿਹੜੀ ਹੈ ਉਹ ਸਾਨੂੰ ਇਹ ਸਮਝਣੀ ਆ ਕਿ ਹੁਣ ਗੁਰੂ ਅੰਗਦ ਦੇਵ ਮਹਾਰਾਜ ਦੀ ਜ਼ਿੰਦਗੀ ਜੀਵਨ ਕਾਲ ਦੇ ਵਿੱਚੋਂ ਉਂਝ ਬਹੁਤ ਕੁਛ ਹੈ, ਬਟ ਆਪਾਂ 4 ਮੇਜਰ ਗੱਲਾਂ ਜਿਹੜੀਆਂ ਉਹ ਸਮਝਣੀਆਂ। ਪਹਿਲੀ, ਗੁਰੂ ਪਾਤਸ਼ਾਹ ਆਪਣੇ ਆਪ ਦੇ ਵਿੱਚ ਹੀ ਨਿਸ਼ਕਾਮ ਸੇਵਾ ਦੀ ਇੱਕ ਦ੍ਰਿੜ ਮੂਰਤ ਨੇ। ਦੂਜੀ, ਗੁਰਮੁਖੀ ਲਿਪੀ। ਤੀਸਰੀ, ਮੱਲ ਅਖਾੜੇ। ਚੌਥੀ, ਗੁਰੂ ਅੰਗਦ ਦੇਵ ਮਹਾਰਾਜ ਆਪਣੇ ਜੀਵਨ ਕਾਲ ਦੇ ਵਿੱਚ ਪਹਿਲਾ ਸਿੱਖ ਵਿੱਦਿਅਕ ਅਦਾਰਾ ਜਿਹੜਾ ਉਹ ਸ਼ੁਰੂ ਕਰਦੇ ਨੇ। ਪਹਿਲਾ ਸਿੱਖ ਵਿੱਦਿਅਕ ਅਦਾਰਾ ਜਿੱਥੇ ਕਿ ਉਹ ਬੱਚਿਆਂ ਨੂੰ ਆਪ ਐਜੂਕੇਸ਼ਨ ਦੇਣੀ ਸ਼ੁਰੂ ਕਰਦੇ ਨੇ। ਹੁਣ ਇਹ ਗੱਲਾਂ ਜਿਹੜੀਆਂ ਇਹ 4 ਜਿਹੜੇ ਨੁਕਤੇ ਨੇ ਇਹ ਸਾਨੂੰ ਸਮਝਣੇ ਜ਼ਰੂਰੀ ਆ। ਔਰ ਅਸੀਂ ਅਗਰ ਆਪਣੇ ਆਪ ਨੂੰ ਗੁਰੂ ਮਹਾਰਾਜ ਦੇ ਸਿੱਖ ਕਹਿੰਦੇ ਹਾਂ, ਅਗਰ ਅਸੀਂ ਕਹਿੰਦੇ ਹਾਂ ਕਿ ਅਸੀਂ ਗੁਰੂ ਨਾਨਕ ਦੇ ਘਰ ਦੇ ਸਿੱਖ ਹੈਗੇ ਹਾਂ, ਤਾਂ ਸਾਨੂੰ ਉਹਨਾਂ ਦੇ ਇਹਨਾਂ 4 ਰੂਲਸ ਦੇ ਉੱਪਰ ਚੱਲਣਾ ਪਊਗਾ। ਇਹ ਨਹੀਂ ਹੋ ਸਕਦਾ ਕਿ ਅਸੀਂ ਆਪਣੇ ਆਪ ਨੂੰ ਕਹੀਏ ਕਿ ਮੈਂ ਗੁਰੂ ਮਹਾਰਾਜ ਦਾ ਸਿੱਖ ਤਾਂ ਹਾਂ ਪਰ ਮੈਂ ਗੁਰਮੁਖੀ ਬੋਲਣੀ ਨਹੀਂ। ਕਿਉਂਕਿ ਅਗਰ ਅਸੀਂ ਗੁਰਮੁਖੀ ਬੋਲਣੀ ਨਹੀਂ, ਅਗਰ ਅਸੀਂ ਗੁਰਮੁਖੀ ਲਿਖਣੀ ਨਹੀਂ, ਤਾਂ ਅਸੀਂ ਗੁਰੂ ਅੰਗਦ ਦੇਵ ਪਾਤਸ਼ਾਹ ਨੂੰ ਪਿੱਠ ਦਿੱਤੀ ਹੈ। ਇਹ ਗੱਲ ਸਾਨੂੰ ਸਮਝਣੀ ਪਊਗੀ। ਅਤੇ ਜੇ ਅਸੀਂ ਗੁਰੂ ਅੰਗਦ ਦੇਵ ਪਾਤਸ਼ਾਹ ਨੂੰ ਪਿੱਠ ਦਿੱਤੀ ਹੈ ਤਾਂ ਫਿਰ ਗੁਰੂ ਨਾਨਕ ਪਾਤਸ਼ਾਹ ਨੂੰ ਵੀ ਪਿੱਠ ਦਿੱਤੀ ਹੈ, ਫਿਰ ਅਸੀਂ ਸਿੱਖੀ ਨੂੰ ਪਿੱਠ ਦਿੱਤੀ ਹੋਈ ਆ। ਸੋ ਗੁਰਮੁਖੀ, ਕਿਉਂਕਿ ਗੁਰਮੁਖੀ ਇੰਝ ਹੀ ਨਹੀਂ ਕੋਈ ਇੱਕ ਭਾਸ਼ਾ ਵਰਗੀ ਭਾਸ਼ਾ ਨਹੀਂ ਹੈ, ਉਹ ਗੁਰਮੁਖੀ ਹੈ ਹੀ ਇਸ ਕਰਕੇ ਕਿਉਂਕਿ ਉਹ ਗੁਰੂ ਦੇ ਮੁਖ 'ਚੋਂ ਨਿਕਲੀ ਹੋਈ ਹੈ, ਉਹ ਗੁਰਮੁਖੀ ਆ। ਔਰ ਗੁਰਮੁਖੀ ਦੀ ਜਿਹੜੀ ਲਿਪੀ ਨੂੰ ਤਰਤੀਬ ਦਿੱਤੀ ਹੈ ਗੁਰੂ ਅੰਗਦ ਦੇਵ ਪਾਤਸ਼ਾਹ ਨੇ, ਉਹਦੇ ਪਿੱਛੇ ਕੋਈ ਤਾਂ ਕਾਰਨ ਹੋਊਗਾ। ਸਾਨੂੰ ਇਹ ਗੱਲ ਸਮਝਣੀ ਪਊਗੀ ਕਿ ਅਸੀਂ ਅਗਰ ਅਸੀਂ ਆਪਣੇ ਆਪ ਨੂੰ ਸਿੱਖ ਕਹਿੰਦੇ ਹਾਂ ਔਰ ਫਿਰ ਅਸੀਂ ਕਹਿੰਦੇ ਹਾਂ ਕਿ ਅਸੀਂ ਆਪਣੇ ਮਰਜ਼ੀ ਨਾਲ ਰੂਲਸ ਐਂਡ ਰੈਗੂਲੇਸ਼ਨਸ ਨੂੰ ਤੋੜ ਮਰੋੜ ਕੇ ਜਾਂ ਉਹਨਾਂ ਨੂੰ ਗੋਲ ਮੋਲ ਕਰਕੇ ਆਪਣੀ ਮਰਜ਼ੀ ਨਾਲ ਦੇਖਾਂਗੇ, ਇਹ ਪੋਸੀਬਲ, ਇਹ ਸੰਭਵ ਨਹੀਂ ਹੋਣਾ। ਇਹ ਮੈਂ ਪਿਛਲੀ ਵਾਰੀ ਵੀ ਕਿਹਾ ਸੀ। ਇਹ ਤਾਂ ਹੋ ਸਕਦਾ ਕਿ ਜੇਕਰ ਅਸੀਂ ਆਪਣੇ ਆਪ ਨੂੰ ਬਿਲਕੁਲ ਸਿੱਖ, ਅਸੀਂ ਕਹਿੰਦੇ ਕਿ ਸਾਨੂੰ ਸਿੱਖੀ ਬਹੁਤ ਪਿਆਰੀ ਹੈ ਪਰ ਮੈਂ ਸਾਰੇ ਰੂਲਸ ਨਹੀਂ ਫੋਲੋ ਕਰਨੇ, ਤਾਂ ਫਿਰ ਇਸ ਦਾ ਮਤਲਬ ਇਹ ਆ ਕਿ ਸਾਨੂੰ ਉਨੀ ਕੀ ਪਿਆਰੀ ਹੈ ਜਿੰਨੀ ਕੁ ਸਾਡੇ ਗਵਾਂਢੀਆਂ ਨੂੰ ਸਾਡੇ ਘਰ ਦਾ ਨਕਸ਼ਾ ਸੋਹਣਾ ਲੱਗ ਰਿਹਾ ਹੁੰਦਾ। ਪਰ ਉਸ ਘਰ ਦੇ ਵਿੱਚ ਆਉਣ ਦੇ ਲਈ, ਉਸ ਘਰ ਦੇ ਮੈਂਬਰ ਬਣਨ ਦੇ ਲਈ ਉਸ ਘਰ ਦੇ ਨਿਯਮ ਸਾਨੂੰ ਅਪਣਾਉਣੇ ਪੈਣਗੇ। ਔਰ ਉਹਨਾਂ ਨਿਯਮਾਂ ਦੀ ਗੱਲ ਆਪਾਂ ਗੁਰੂ ਨਾਨਕ ਪਾਤਸ਼ਾਹ ਦੀ ਜਿਹੜੀ ਜੀਵਨ ਕਾਲ ਦੇ ਵਿੱਚ ਆਪਾਂ ਕਰ ਲਈ ਹੈ। ਹੁਣ ਉਹਨਾਂ ਹੀ ਨਿਯਮਾਂ ਨੂੰ ਅੱਗੇ ਜਦੋਂ ਆਪਾਂ ਇਲੈਬੋਰੇਟ ਕਰਦੇ ਹਾਂ, ਇਹ ਬਿਲਕੁਲ ਇਸ ਤਰੀਕੇ ਨਾਲ ਸਮਝਿਆ ਜਾ ਸਕਦਾ ਕਿ ਜਿਸ ਤਰੀਕੇ ਨਾਲ ਇੱਕ ਓਂਕਾਰ ਦਾ ਵਿਸਥਾਰ ਜਿਹੜਾ ਹੈ ਉਹ ਮੂਲ ਮੰਤਰ ਹੈ ਔਰ ਮੂਲ ਮੰਤਰ ਦਾ ਅੱਗੇ ਵਿਸਥਾਰ ਜਿਹੜਾ ਉਹ ਪੂਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ। ਬਿਲਕੁਲ ਉਸੇ ਤਰੀਕੇ ਨਾਲ ਗੁਰੂ ਨਾਨਕ ਪਾਤਸ਼ਾਹ ਦਾ ਜੀਵਨ ਕਾਲ ਜੋ ਹੈ ਉਹ ਧੁਰਾ ਹੈ ਔਰ ਉਸ ਦਾ ਅੱਗੇ ਵਿਸਥਾਰ ਜਿਹੜਾ ਉਹ 10 ਗੁਰੂਆਂ ਦਾ ਜੀਵਨ ਹੈ। ਉਸ ਦਾ ਵਿਸਥਾਰ ਜਿਹੜਾ ਸਾਨੂੰ ਉਹਨਾਂ ਦੇ ਜੀਵਨ ਕਾਲ ਦੇ ਵਿੱਚੋਂ ਲੱਭਦਾ। ਜਦੋਂ ਅਸੀਂ ਗੁਰੂ ਅੰਗਦ ਦੇਵ ਮਹਾਰਾਜ ਦੀ ਗੱਲ ਕਰਾਂਗੇ ਤਾਂ ਉਹਨਾਂ ਦੇ ਜਿਹੜੇ 4 ਜਾਂ ਆਪਾਂ ਕਹਿ ਲਈਏ ਕਿ 5 ਫਲਸਫੇ ਹੈ, ਸਾਨੂੰ ਇਹ ਆਪਣੇ ਅੰਦਰ ਵਸਾਉਣੇ ਪੈਣਗੇ। ਸਾਨੂੰ ਇਹ ਦੇਖਣਾ ਪਊਗਾ ਕਿ ਜਦੋਂ ਅਸੀਂ ਕਹਿੰਦੇ ਹਾਂ ਕਿ ਅਸੀਂ ਗੁਰੂ ਅੰਗਦ ਪਾਤਸ਼ਾਹ ਨੂੰ ਧਿਆਇਆ ਜਾਂ ਉਹਨਾਂ ਦਾ ਨਾਮ ਯਾਦ ਕੀਤਾ, ਤਾਂ ਕਿਆ ਅਸੀਂ ਜੈਂਡਰ ਇਕੁਐਲਿਟੀ ਦੀ ਗੱਲ ਕਰ ਸਕਦੇ ਹਾਂ? ਦੂਜਾ, ਕਿਆ ਸਾਨੂੰ ਸਿੱਖਾਂ ਦੇ ਨਾਲ ਰਿਲੇਟਡ ਕਿਸੇ ਤਰ੍ਹਾਂ ਦੀ ਵੀ ਕੋਈ ਜਿਹੜੀ ਵਾਰਸ਼ਿਪ ਦੀਆਂ ਜਿਹੜੀਆਂ ਚੀਜ਼ਾਂ ਨੇ, ਮੱਲ ਅਖਾੜੇ ਦੇ ਵਿੱਚੋਂ, ਮੱਲ ਅਖਾੜੇ ਦਾ ਮਤਲਬ ਸਿਰਫ ਜੋ ਸਿੱਖਾਂ ਦਾ ਇੱਕ ਫਿਜ਼ੀਕਲ ਫਿਟਨੈਸ ਵੱਲ ਨੂੰ ਜਿਹੜਾ ਸੀਗਾ ਉਹ ਹੈ ਕਿ ਆਪਾਂ ਉਹ ਕਰ ਰਹੇ ਹਾਂ। ਤੀਜੀ ਗੱਲ, ਕਿਆ ਅਸੀਂ ਗੁਰਮੁਖੀ ਲਿਪੀ ਨੂੰ ਪਿੱਠ ਤਾਂ ਨਹੀਂ ਦਿੱਤੀ ਹੋਈ? ਕਿਆ ਅਸੀਂ ਇਹ ਤਾਂ ਨਹੀਂ ਸੋਚਦੇ ਕਿ ਗੁਰਮੁਖੀ ਨਾਲੋਂ ਜ਼ਿਆਦਾ ਚੰਗੀਆਂ ਬਾਕੀ ਭਾਸ਼ਾਵਾਂ ਆ? ਹਰ ਇੱਕ ਭਾਸ਼ਾ ਸਿੱਖਣੀ ਚਾਹੀਦੀ ਹੈ, ਬਹੁਤ ਜ਼ਰੂਰੀ ਹੈ। ਮੈਂ ਪੰਜਾਬੀ ਦੀ ਗੱਲ ਨਹੀਂ ਕਰ ਰਹੀ, ਮੈਂ ਸਿਰਫ ਗੁਰਮੁਖੀ ਦੀ ਗੱਲ ਕਰ ਰਹੀ ਹਾਂ। ਜਿਹੜੇ ਤਾਂ ਪੰਜਾਬੀ ਬੋਲਣ ਵਾਲੇ ਕਹਿ ਸਕਦੇ ਆ ਕਿ ਮੈਂ ਪੰਜਾਬੀ ਬੋਲਦਾ ਨਹੀਂ ਬੋਲਦਾ, ਉਹਨਾਂ ਦੀ ਮਰਜ਼ੀ ਆ। ਪਰ ਜਿਹੜੇ ਗੁਰਮੁਖ ਨੇ ਉਹ ਗੁਰਮੁਖੀ ਤੋਂ ਪਿੱਠ ਨਹੀਂ ਦੇ ਸਕਦੇ। ਉਹ ਇਹ ਨਹੀਂ ਕਹਿ ਸਕਦੇ ਕਿ ਗੁਰਮੁਖੀ ਮੈਂ ਸੈਕਿੰਡ ਨੰਬਰ 'ਤੇ ਰੱਖੂੰਗਾ, ਪਹਿਲੇ ਨੰਬਰ 'ਤੇ ਕੁਛ ਹੋਰ ਰੱਖੂੰਗਾ। ਉਹ ਨਹੀਂ ਕਹਿ ਸਕਦੇ ਕਿਉਂਕਿ ਉਹਨਾਂ ਦੇ ਗੁਰੂ ਨੇ ਗੁਰਮੁਖੀ ਬਣਾਈ ਆ। ਸੋ ਕਿਆ ਆਪਾਂ ਉਹ ਤਾਂ ਨਹੀਂ ਕੀਤਾ ਹੋਇਆ? ਔਰ ਫਿਰ ਕਿਆ ਅਸੀਂ ਆਪਣੇ ਜਿਹੜੇ ਗਰੀਬ ਸਿੱਖ ਨੇ ਜਾਂ ਜਿਨ੍ਹਾਂ ਦੇ ਕੋਲ ਜਿਹੜੇ ਇਕਨੋਮਿਕਲੀ ਵੀਕਰ ਸਿੱਖ ਨੇ, ਕਿਆ ਅਸੀਂ ਉਹਨਾਂ ਦੇ ਬੱਚਿਆਂ ਤੱਕ ਵਿੱਦਿਆ ਪਹੁੰਚਾਉਣ ਦਾ ਕੋਈ ਹੀਲਾ ਕਰ ਰਹੇ ਹਾਂ? ਜਾਂ ਕਿਤੇ ਇਹ ਤਾਂ ਨਹੀਂ ਕਿ ਜੇ ਮੇਰੇ ਕੋਲ ਮੈਂ ਸਹਿੰਦੀ ਹਾਂ ਜਾਂ ਮੇਰੇ ਕੋਲ 4 ਪੈਸੇ ਹੈਗੇ ਆ ਔਰ ਮੈਂ ਕਰ ਸਕਦੀ ਹਾਂ, ਤਾਂ ਫਿਰ ਵੀ ਮੈਂ ਆਪਣੇ ਉਹਨਾਂ ਸਿੱਖਾਂ ਵੱਲ ਪਿੱਠ ਕਰਕੇ ਰੱਖੀ ਹੋਈ ਜੋ ਇਕਨੋਮਿਕਲੀ ਵੀਕਰ ਨੇ।
ਔਰ ਉਹਨਾਂ ਦੇ ਬੱਚਿਆਂ ਨੂੰ ਸਿੱਖਿਆ ਦਾ ਕੁਛ ਨਹੀਂ ਮਿਲ ਰਿਹਾ। ਜੇਕਰ ਮੈਂ ਇਹਨਾਂ ਵਿੱਚੋਂ ਕੋਈ ਵੀ ਇੱਕ ਪੁਆਇੰਟ ਦੇ ਉੱਤੇ ਖਰੀ ਨਹੀਂ ਉਤਰ ਰਹੀ ਨਾ, ਤਾਂ ਆਪਾਂ ਇਹ ਸਮਝ ਲਈਏ ਕਿ ਗੁਰੂ ਅੰਗਦ ਦੇਵ ਮਹਾਰਾਜ ਜੋ ਕਿ ਗੁਰੂ ਨਾਨਕ ਪਾਤਸ਼ਾਹੀ ਨੇ, ਉਹਨਾਂ ਨੂੰ ਅਸੀਂ ਆਪਣੀ ਪਿੱਠ ਦੇ ਚੁੱਕੇ ਹਾਂ। ਖੈਰ, ਜਿਹੜੀਆਂ ਅਗਲੀਆਂ ਐਪੀਸੋਡਸ ਮੈਂ ਕਰੂੰਗੀ ਉਹਦੇ ਵਿੱਚ ਇੱਕ ਤਾਂ ਨਿਸ਼ਕਾਮ ਸੇਵਾ ਗੁਰੂ ਅੰਗਦ ਦੇਵ ਪਾਤਸ਼ਾਹ ਦੇ ਨਾਲ ਹਮੇਸ਼ਾ ਤੋਂ ਉਹਨਾਂ ਦੀ ਲਾਈਫ ਦਾ ਇੱਕ ਬਹੁਤ ਬਹੁਤ ਜ਼ਿਆਦਾ ਪ੍ਰਚਾਰਿਆ ਹੋਇਆ ਪਹਿਲੂ ਔਰ ਸੱਚਾ ਵੀ ਹੈ। ਤਾਂ ਇਸ ਕਰਕੇ ਉਹਦੇ ਉੱਤੇ ਮੈਂ ਬਹੁਤ ਜ਼ਿਆਦਾ ਟਾਈਮ ਨਹੀਂ ਲਗਾਉਂਗੀ, ਪਰ ਮੈਂ ਜਿਹੜਾ ਟਾਈਮ ਲਗਾਉਂਗੀ ਉਹ ਮੈਂ ਗੁਰਮੁਖੀ ਲਿਪੀ ਦੇ ਉੱਪਰ, ਮੱਲ ਅਖਾੜਿਆਂ ਦੇ ਉੱਪਰ, ਔਰ ਜਿਹੜਾ ਸਾਡੇ ਗੁਰੂ ਘਰਾਂ ਦੇ ਨਾਲ ਵਿੱਦਿਅਕ ਅਦਾਰਿਆਂ ਦਾ ਅਟੈਚ ਹੋਣਾ, ਇਹਦੇ ਉੱਤੇ ਗੱਲ ਮੈਂ ਅਗਲੇ ਆਉਣ ਵਾਲੇ ਐਪੀਸੋਡਸ ਦੇ ਵਿੱਚ ਕਰੂੰਗੀ। ਸੋ ਅੱਜ ਦਾ ਜਿਹੜਾ ਐਪੀਸੋਡ ਆ ਉਹ ਮੈਂ ਇੰਨੀ ਕੁ ਗੱਲ ਕਰਦੇ ਹੋਏ, ਇੰਨੀ ਕੁ ਬੇਨਤੀ ਕਰਦੇ ਹੋਏ ਜਿਹੜਾ ਸਮਾਪਤ ਕਰਦੀ ਹਾਂ ਕਿ ਆਪਾਂ ਜਦੋਂ ਆਪਣੇ ਗੁਰੂ ਪਾਤਸ਼ਾਹ ਦਾ ਨਾਮ ਲੈਂਦੇ ਹਾਂ ਤਾਂ ਅਸੀਂ ਉਹਨਾਂ ਦੇ ਹਰ ਇੱਕ ਜਿਹੜਾ ਉਹਨਾਂ ਨੇ ਸਾਨੂੰ ਰੂਲ ਦਿੱਤਾ, ਜੋ ਉਹਨਾਂ ਨੇ ਸਾਨੂੰ ਲਾਈਨ ਆਫ ਥਾਟ ਦਿੱਤਾ, ਜੋ ਉਹਨਾਂ ਨੇ ਸਾਨੂੰ ਮੁੱਖ ਰੱਖ ਕੇ ਸਮਝਣ ਬਾਰੇ, ਜਿਨ੍ਹਾਂ ਦੇ ਆਧਾਰ ਦੇ ਉੱਤੇ ਉਹਨਾਂ ਨੇ ਗੁਰਮੁਖ ਸਿਰਜਿਆ, ਸਾਨੂੰ ਉਹਦੇ ਬਾਰੇ ਸਮਝਣਾ ਪਊਗਾ ਔਰ ਸਾਨੂੰ ਉਹ ਇਕੱਲੇ ਪੁਆਇੰਟ ਦੇ ਉੱਤੇ ਪਹਿਰਾ ਦੇਣਾ ਪਊਗਾ। ਫਿਰ ਗੁਰਸਿੱਖੀ ਜਿਹੜੀ ਹੈ ਨਾ ਉਹ ਸਾਡੇ ਝੋਲੀ ਪੈ ਸਕਦੀ ਹੈ, ਕਿਉਂਕਿ ਗੁਰਸਿੱਖੀ ਕਮਾਈ ਜਾ ਸਕਦੀ ਹੈ। ਇਹ ਨਾ ਤਾਂ ਤੁਸੀਂ ਸਿੱਖਾਂ ਦੇ ਘਰ ਪੈਦਾ ਹੋ ਕੇ ਸਿੱਖ ਹੋ ਸਕਦੇ ਹੋ, ਨਾ ਆਪਣੀ ਮਰਜ਼ੀ ਦੇ ਨਾਲ ਕਹਿ ਕੇ ਕਿ ਆਹ ਮੇਰੀ ਇੰਟਰਪ੍ਰੀਟੇਸ਼ਨ ਆ ਸਿੱਖੀ ਦੀ, ਤਾਂ ਇਸ ਤਰੀਕੇ ਨਾਲ ਸਿੱਖ ਹੋ ਸਕਦੇ ਹਾਂ। ਸਿੱਖ ਉਹੀ ਆ ਜੋ ਗੁਰੂ ਦੇ ਦਿੱਤੇ ਹੋਏ ਨਿਯਮਾਂ ਦੇ ਉੱਤੇ ਚੱਲਦਾ ਆ। ਉਸ ਤੋਂ ਬਿਨਾਂ ਹੋਰ ਜੋ ਵੀ ਆਪਾਂ ਕਹਿੰਦੇ ਹਾਂ ਉਹ ਸਿਰਫ ਸਾਡੇ ਆਪਣੇ ਆਪ ਨੂੰ ਦੇਣ ਵਾਲੇ ਧਰਵਾਸੇ ਨੇ, ਉਸ ਤੋਂ ਵੱਧ ਕੇ ਕੁਛ ਵੀ ਨਹੀਂ। ਅੱਜ ਦੀਆਂ ਮੇਰੀਆਂ ਇੰਨੀਆਂ ਕੀ ਬੇਨਤੀਆਂ ਜਿਹੜੀਆਂ ਉਹ ਕਬੂਲ ਕਰਨਾ ਜੀ। ਅਗਲੇ ਐਪੀਸੋਡ ਦੇ ਵਿੱਚ ਆਪਾਂ ਫਿਰ ਮਿਲਾਂਗੇ। ਮੈਂ ਕੋਸ਼ਿਸ਼ ਕਰੂੰਗੀ ਕਿ ਅਗਲਾ ਐਪੀਸੋਡ ਆਪਾਂ ਗੁਰਮੁਖੀ ਦੇ ਇਤਿਹਾਸ ਦੇ ਉੱਤੇ ਕਰੀਏ ਕਿ ਗੁਰਮੁਖੀ ਦਾ ਸਿੱਖਾਂ ਦੇ ਨਾਲ ਲੈਣ ਦੇਣ ਕੀ ਆ ਔਰ ਗੁਰਮੁਖੀ ਸਾਡੇ ਲਈ ਕਿੰਨੀ ਕੁ ਇੰਪੋਰਟੈਂਟ ਹੈ। ਇਹਦੇ ਉੱਤੇ ਆਪਾਂ ਅਗਲਾ ਐਪੀਸੋਡ ਕਰਾਂਗੇ। ਅੱਜ ਦਿਓ ਮੈਨੂੰ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।